ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਨਜ਼ਮ ਰੱਬ ਦੇ ਬਾਰੇ ਇਹ ਲੇਖ ਲਿਖਿਆ ਹੈ ਫੌਜ਼ੀਆ ਇਸਹਾਕ ਨੇ। ਫੌਜ਼ੀਆ ਇਸਹਾਕ ਖੋਜਕਾਰ ਨੇ ਐਮਫਿਲ ਦੇ ਇਦਾਰਾ ਪੰਜਾਬੀ ਸਾਹਿਤ ਤੇ ਰਹਿਤਲਸਾਰ ਵਿੱਚ, ਪੰਜਾਬ ਯੂਨੀਵਰਸਿਟੀ ਲਾਹੌਰ। ਆਓ ਦੇਖੀਏ ਪ੍ਰੋਫੈਸਰ ਮੋਹਨ ਸਿੰਘ ਦੀ ਨਜ਼ਮ ਰੱਬ ਬਾਰੇ ਫੌਜ਼ੀਆ ਕੀ ਲਿਖਦੇ ਨੇ। ਪੰਜਾਬ ਦੀ ਧਰਤੀ ਸੂਫੀਆਂ, ਵਲੀਆਂ ਤੇ ਦਰਵੇਸ਼ਾਂ ਦੀ ਧਰਤੀ ਹੈ। ਇਸ ਪਾਕ ਧਰਤੀ ਨੇ ਸਦੀਆਂ ਤੋਂ ਵੱਖੋ ਵੱਖ ਮਜ਼ਹਬਾਂ ਤੇ ਧਰਮਾਂ ਦੀ ਵਿਰਾਸਤ ਸਾਂਭੀ ਹੋਈ ਹੈ। ਬਾਬਾ ਫਰੀਦ ਦੇ ਸ਼ਲੋਕ ਤੇ ਬਾਬਾ ਨਾਨਕ ਦੀ ਬਾਣੀ ਦੀ ਸੁਗੰਧ ਵੀ ਇਸ ਪਵਿੱਤਰ ਧਰਤੀ ਦੀ ਮਿੱਟੀ ਵਿੱਚ ਰਚੀ ਹੈ। ਬਾਬਾ ਫਰੀਦ ਤੋਂ ਖਾਜਾ ਗੁਲਾਮ ਫਰੀਦ ਤਾਈਂ ਸੂਫੀ ਸ਼ਾਇਰ ਉਹ ਰੌਸ਼ਨ ਦੀਵੇ ਨੇ ਜਿਨ੍ਹਾਂ ਦੀ ਲੌ ਸਦਾ ਜਗਦੀ ਰਹਿਣੀ ਹੈ। 20ਵੀਂ ਸਦੀ ਦੇ ਸ਼ਾਇਰਾਂ ਦੀ ਗੱਲ ਕਰੀਏ ਤਾਂ ਇਹਨਾਂ ਸ਼ਾਇਰਾਂ ਨੇ ਆਪਣੀ ਕਦੀਮ ਸੂਫੀ ਰੀਤ ਨੂੰ ਟੁੱਟਣ ਨਹੀਂ ਦਿੱਤਾ। ਵੇਲੇ ਦੇ ਨਾਲ ਜਿੱਥੇ ਵੱਖੋ ਵੱਖ ਲਿਖਤਾਂ ਲਿਖੀਆਂ ਗਈਆਂ, ਉੱਥੇ ਸੂਫੀ ਰੰਗ ਹੋਰ ਵੀ ਗੂੜਾ ਹੁੰਦਾ ਗਿਆ। ਹੱਕੀ ਗੱਲ ਇਹ ਕਿ ਸਭ ਲੇਖਕ ਪੰਜਾਬੀ ਸਾਹਿਤ ਦੇ ਉਹ ਸੁੱਚੇ ਨਗੀਨੇ ਨੇ ਜਿਹੜੇ ਹਮੇਸ਼ ਲਿਸ਼ਕਦੇ ਰਹਿਣਗੇ। ਸੂਫੀ ਰੰਗ ਰੰਗੇ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਜਦੀਦ ਸ਼ਾਇਰੀ ਦੇ ਮੋਢੀ ਕਵੀਆਂ ਦੀ ਕਿਤਾਰ ਵਿੱਚ ਨੇ। ਉਹਨਾਂ ਦੇ ਨਾਲ ਸ਼ਿਵ ਕੁਮਾਰ ਬਟਾਲਵੀ, ਅਮਰਤਾ ਪ੍ਰੀਤਮ ਤੇ ਹਰਭਜਨ ਸਿੰਘ ਵੀ ਸਿਰ ਕੱਢਵੇਂ ਸ਼ਾਇਰਾਂ ਵਿੱਚੋਂ ਨੇ। ਮੋਹਨ ਸਿੰਘ ਪੰਜਾਬੀ ਜੀਵਨ ਦੇ ਬਹੁ ਪੱਖਾਂ 'ਤੇ ਨਜ਼ਮ ਲਿਖੀ। ਉਹਨਾਂ ਦੀ ਨਜ਼ਰ ਫਾਰਸੀ, ਉਰਦੂ ਤੇ ਅੰਗਰੇਜ਼ੀ ਸਾਹਿਤ 'ਤੇ ਬਹੁ ਡੂੰਘੀ ਸੀ। ਇਸ ਲਈ ਉਹਨਾਂ ਦੀ ਸੋਚ ਤੇ ਲਿਖਤ ਉੱਤੇ ਫਾਰਸੀ ਅਦਬ ਦੀ ਛਾਪ ਬੜੀ ਗਹਿਰੀ ਹੈ। ਉਹਨਾਂ ਪੰਜਾਬੀ ਜ਼ੁਬਾਨੋਂ ਅਦਬ ਵਿੱਚ ਵੀ ਦਿਲ ਖੋਲ੍ਹ ਕੇ ਵਾਧਾ ਕੀਤਾ। ਉਹਨਾਂ ਦੀਆਂ ਨਜ਼ਮਾਂ ਵਿੱਚ ਰੀਤ ਤੇ ਪ੍ਰੀਤ ਤੋਂ ਜੁੜੇ ਕਈ ਮੌਜ਼ੂ ਮਿਲ ਜਾਂਦੇ ਨੇ। ਜਿਵੇਂ ਨਜ਼ਮ ਕੁੜੀ ਪੋਠੋਹਾਰ ਦੀ ਵਿੱਚ ਰੋਮਾਨਵੀ ਰੰਗ ਬਹੁ ਉਗੜਵਾਏ। ਸਿਰ 'ਤੇ ਚੁੱਕੀ ਪੰਡ ਘਾਹ ਦੀ, ਪਹਿਲਾਂ ਪਾਂਦੀ ਚੋਲੇ ਖਾਂਦੀ, ਆਈ ਕੁੜੀ ਪੋਠੋਹਾਰ ਦੀ। ਸਾਵੇ ਸਾਵੇ ਘਾਹ ਦੇ ਥੱਬੇ, ਵਿੱਚ ਵਿੱਚ ਝਾਂਕਣ ਨੀਲੇ ਪੀਲੇ, ਫੁੱਲ ਪਟਾਕੀ ਤੇ ਸਰੋਂ ਦੇ। ਹਰੀਆਂ ਹਰੀਆਂ ਲੰਮੀਆਂ ਲੰਮੀਆਂ ਘਾਹ ਦੀਆਂ ਤਣੀਆਂ, ਲਮਕ ਲਮਕ ਕੇ ਮੂੰਹ 'ਤੇ ਪਈਆਂ ਘੂੰਘਟ ਵਾਂਗੂ। ਐਸਾ ਜਾਲ ਉਹਨਾਂ ਨੇ ਬੁਣਿਆ, ਝਲਕ ਨਾ ਪਈ ਨੁਹਾਰ ਦੀ। ਥਿਗੜੀਆਂ ਵਾਲੀ ਸੁੱਥਣ ਕੁੰਝ ਕੇ, ਫੜ ਕੇ ਮੇਰੀ ਬਾਂਹ, ਠਿਲ ਪਈ ਸੁਹਾਂ ਕੁੜੀ ਪੋਠੋਹਾਰ ਦੀ। ਮੋਹਨ ਸਿੰਘ ਦੀ ਕਵਿਤਾ ਰੱਬ ਇੱਕ ਪਾਸੇ ਸਜਰੇ ਤੇ ਨਿਰੋਏ ਜਜ਼ਬਿਆਂ ਦੀ ਵੰਗੀ ਏ ਤੇ ਦੂਜੇ ਪਾਸੇ ਨਜ਼ਮ ਰੱਬ ਦਾ ਸਰਨਾਵਾ ਹੀ ਆਪਣੇ ਆਪ ਵਿੱਚ ਰੱਬ ਦੀ ਤਾਂਘ, ਸਿੱਖ, ਸਦਰ ਤੇ ਇਸ਼ਕ ਦੀ ਉਹ ਦਾਸਤਾਨ ਏ ਜਿਹਦੇ ਵਿੱਚ ਕੁੱਲ ਖੁਦਾਈ ਇੱਕ ਰੰਗੀ ਨਜ਼ਰ ਆਉਂਦੀ ਹੈ। ਜਿਵੇਂ ਮੋਹਨ ਸਿੰਘ ਆਖਦੇ ਨੇ, ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲ੍ਹਣ ਲੱਗਿਆਂ ਪੇਚ ਇਸ 'ਤੇ ਕਾਫਰ ਹੋ ਜਾਏ ਬੰਦਾ। ਕਾਫਰ ਹੋਣ ਨੂੰ ਡਰ ਕੇ ਜਿਵੇਂ ਖੋਜੂ ਮੂਲ ਨਾ ਖੁੰਝੀ, ਲਾਈ ਲਗ ਮੋਮਨ ਦੇ ਕੋਲੋਂ ਖੋਜੀ ਕਾਫਰ ਚੰਗਾ। ਰੱਬ, ਅੱਲਾ, ਰਾਮ, ਰਹੀਮ, ਭਗਵਾਨ, ਕ੍ਰਿਸ਼ਨ ਸਭ ਉਹ ਜ਼ਾਤ ਦੇ ਨਾਂ ਨੇ ਜਿਹੜਾ ਪੂਰੇ ਸੰਸਾਰ ਦਾ ਪਾਲਣਹਾਰ ਹੈ। ਇੱਕ
ਅਣਡਿੱਠੀ ਤਾਕਤ ਨੇ ਸਾਰੇ ਸੰਸਾਰ ਨੂੰ ਆਪਣੀ ਵਲਗਨ ਵਿੱਚ ਵਲੇਟਿਆ ਹੋਇਆ ਏ। ਜਿਹੜਾ ਇਸ ਜ਼ਾਤ ਨੂੰ ਜਿਵੇਂ ਜਾਣਦਾ ਤੇ ਸਿਆਣਦਾ ਏ, ਉਸੇ ਨਾਂ ਨਾਲ ਉਹਨੂੰ ਪੁਕਾਰਦਾ ਏ। ਨਜ਼ਮ ਰੱਬ ਦਾ ਵੇਰਵਾ ਕਰਨ ਲਈ ਪੰਜਾਬੀ ਸਾਹਿਤ ਦੇ ਤਾਰੀਖੀ ਪਿਛੋਕੜ ਵੱਲ ਝਾਤ ਪਾਵਨ ਲੋੜੀਂਦਾ ਏ। ਬਾਬਾ ਫਰੀਦ ਦਾ ਕਲਾਮ ਪੰਜਾਬੀ ਅਦਬ ਵਿੱਚ ਮੁੱਢਲੀ ਹੈਸੀਅਤ ਰੱਖਦਾ ਏ। ਉਹਨਾਂ ਦੇ ਕਈ ਸ਼ਲੋਕ ਰੱਬ ਦੀ ਖੋਜ, ਭਾਲ ਤੇ ਇਸ਼ਕ ਦੇ ਰੰਗ ਰੰਗੇ ਮਿਲਦੇ ਨੇ। ਜੰਗਲ ਜੰਗਲ ਕਿਆ ਭਵੇਂ, ਵਨ ਕੰਡਾ ਮੋੜੇ, ਵਸੀ ਰੱਬ ਹਿਆਲੀਏ, ਜੰਗਲ ਕਿਆ ਢੂੰਢੇ। ਬਾਬਾ ਨਾਨਕ ਦੇਵ ਜੀ ਦਾ ਸਾਰਾ ਕਲਾਮ ਹੀ ਤਸੱਵੁਫ ਤੇ ਇਸ਼ਕ ਦਾ ਹੜ੍ਹ ਏ। ਮੋਹਨ ਸਿੰਘ ਵੀ ਇਸ ਵਹਿਣ ਵਿੱਚ ਵਹਿੰਦੇ ਨਜ਼ਰ ਆਉਂਦੇ ਨੇ। ਬਾਬਾ ਨਾਨਕ ਦੇ ਕਲਾਮ ਦੀ ਵੰਨਗੀ ਵੇਖੋ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਕ ਸਈਆਂ, ਕੋਈ ਅੱਲਾ, ਕੋਈ ਨਹਾਏ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ। ਭਗਤ ਕਬੀਰ 15ਵੀਂ ਸਦੀ ਦੇ ਉਹ ਸੂਫੀ ਸ਼ਾਇਰ ਨੇ ਜਿਨ੍ਹਾਂ ਨੇੜੇ ਰੱਬ ਦਾ ਨੂਰ ਉਹਦੇ ਬੰਦਿਆਂ ਦੀ ਸੂਰਤ ਸੰਸਾਰ 'ਤੇ ਖਿਲ ਰਿਹਾ ਹੋਇਆ ਏ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸ਼ਾਹ ਹੁਸੈਨ ਕੋਲ ਰੱਬ ਦਾ ਇਸ਼ਕ ਆਸ਼ਿਕ ਦੀ ਉਹ ਕਮਾਈ ਏ ਜੋ ਆਸ਼ਿਕ ਆਪਣੇ ਅੰਦਰ ਨੂੰ ਪਾਕ ਕਰਕੇ ਕਮਾਉਂਦਾ ਏ। ਆਸ਼ਿਕ ਹੋਵੇ ਤਾਂ ਇਸ਼ਕ ਕਮਾਵੇ, ਰਾਹ ਇਸ਼ਕ ਦਾ ਸੂਈ ਨੱਕਾ, ਧਾਗਾ ਹੋਵੇ ਤਾਂ ਜਾਵੇ, ਬਾਰ ਪਾਕ ਅੰਦਰ ਆਲੂਦਾ, ਕਿਆ ਤੂੰ ਸ਼ੇਖ ਕਹਾਵੇਂ। ਕਹੇ ਹੁਸੈਨ ਜੇ ਫਾਰਗ ਥੀਵੇਂ, ਖਾਸ ਮਰਾਤਬਾ ਪਾਵੇਂ, ਆਸ਼ਿਕ ਹੋਵੇ ਤਾਂ ਇਸ਼ਕ ਕਮਾਵੇ। ਰੱਬ ਦੀ ਖੋਜ ਤੇ ਇਸ਼ਕ ਦਾ ਰੰਗ ਪੰਜਾਬੀ ਸਾਹਿਤ ਦੇ ਹਰ ਪੰਨੇ 'ਤੇ ਖਿਲ ਰਿਹਾ ਮਿਲਦਾ ਏ ਤੇ ਬਾਬਾ ਬੁੱਲੇ ਸ਼ਾਹ ਕੋਲ ਇਹਦਾ ਇੱਕ ਨਵੇਕਲਾ ਰੰਗ ਏ। ਉਹ ਰੱਬ ਦੀ ਖੋਜ ਮੈਂ ਦੀ ਨਿੰਦਿਆ ਨਾਲ ਕਰਦੇ ਨੇ। ਜੇ ਮੈਂ ਤੈਨੂੰ ਅੰਦਰ ਢੂੰਡਾਂ ਤੇ ਫੇਰ ਮੁਕੱਯਦ ਜਾਣਾ, ਜੇ ਮੈਂ ਤੈਨੂੰ ਬਾਹਰ ਢੂੰਡਾਂ ਤੇ ਮੇਰੇ ਅੰਦਰ ਕੌਣ ਸਮਾਣਾ। ਸਭ ਕੁਛ ਤੂੰ ਏ, ਸਭ ਵਿੱਚ ਤੂੰ ਏ, ਸਭ ਤੂੰ ਪਾਕ ਪਛਾਣਾ। ਮੈਂ ਵੀ ਤੂੰ ਹੈ, ਤੂੰ ਵੀ ਮੈਂ ਹੈ, ਵਤ ਬੁੱਲਾ ਕੌਣ ਨਿਮਾਣਾ। ਸੁਲਤਾਨ ਬਾਹੂ ਦੀ ਹੂ ਦੀ ਕੂਕ ਵਿੱਚ ਵੀ ਰੱਬ ਦੀ ਭਾਲ ਤੇ ਤਾਂਗ ਦੇ ਤਾਨੇ ਬਾਨੇ ਮਿਲਦੇ ਨੇ। ਉਹ ਰੱਬ ਦੀ ਖੋਜ ਨੂੰ ਮਨ ਦੀ ਪਾਕੀ ਨਾਲ ਜੋੜਦੇ ਨੇ। ਜੇ ਰੱਬ ਨਾਤਿਆਂ ਧੋਤਿਆਂ ਮਿਲਦਾ, ਮਿਲਦਾ ਡਡੂਆਂ ਮੱਛੀਆਂ ਹੂ। ਜੇ ਰੱਬ ਮਿਲਦਾ ਮੂਨ ਮਨਾਇਆ, ਮਿਲਦਾ ਭੇਡਾਂ ਸੱਸੀਆਂ ਹੂ। ਜੇ ਰੱਬ ਜਤੀਆਂ ਸਤੀਆਂ ਮਿਲਦਾ, ਮਿਲਦਾ ਦਾਂਦਾਂ ਖੱਸੀਆਂ ਹੂ। ਰੱਬ ਉਹਨਾਂ ਨੂੰ ਮਿਲਦਾ ਬਾਹੂ, ਨੀਤਾਂ ਜਿਨ੍ਹਾਂ ਦੀਆਂ ਅੱਛੀਆਂ ਹੂ। ਸੂਫੀਆਨਾ ਸ਼ਾਇਰੀ ਸਫਾ ਤੇ ਸਿਦਕ ਰਾਹੀਂ ਲੋਕਾਈ ਨੂੰ ਸੱਚੀ ਤੇ ਸਿੱਧੀ ਰਾਹ ਵਿਖਾਉਂਦੀ ਏ। ਪੰਜਾਬੀ ਅਦਬ ਵਿੱਚ ਇਹਦਾ ਕੋਈ ਘਾਟਾ ਨਹੀਂ। ਰੱਬ ਇੱਕ ਗੁੰਝਲਦਾਰ ਬੁਝਾਰਤ ਅਜਿਹੀ ਕਲਾਮ ਦੀ ਇੱਕ ਵੰਨਗੀ ਏ। ਇਹ ਜਦੀਦ ਨਜ਼ਮ ਕਦੀਮ ਸੂਫੀ ਸ਼ਾਇਰਾਂ ਦਾ ਇੱਕ ਰੰਗ ਜਾਪਦੀ ਏ। ਮੋਹਨ ਸਿੰਘ ਆਖਦੇ ਨੇ, ਰੱਬ ਇੱਕ ਗੁੰਝਲਾਂ ਵਾਲੀ ਪਹੇਲੀ ਏ ਤੇ ਨਾ ਹੱਲ ਹੋਣ ਵਾਲਾ ਇੱਕ ਸਵਾਲ ਏ।
ਇਸ ਬੁਝਾਰਤ ਨੂੰ ਬੁੱਝਣ ਲਈ ਲੱਖਾਂ ਸਾਧੂ, ਸੰਤ, ਵਲੀ ਤੇ ਦਰਵੇਸ਼ ਬਣ ਕੇ ਆਪਣੀ ਹੋਂਦ ਗਵਾ ਬੈਠੇ, ਪਰ ਉਹਦੀ ਜ਼ਾਤ ਦਾ ਖੋਜ ਖੁਰਾ ਨਾ ਲੱਭ ਸਕੇ। ਇੱਥੇ ਸੋਚਣ ਵਾਲੀ ਗੱਲ ਏ, ਜੇ ਬੁਝਾਰਤ ਰੱਬ ਏ ਤੇ ਗੁੰਝਲਾਂ ਕੀ ਨੇ? ਗੋ ਕਰੋ ਤਾਂ ਪਤਾ ਚੱਲਦਾ ਏ, ਗੁੰਝਲਾਂ ਅਸਲ ਵਿੱਚ ਰੱਬ ਦੀਆਂ ਉਹ ਸਿਫਤਾਂ ਤੇ ਵਡਿਆਈਆਂ ਨੇ ਜਿਨ੍ਹਾਂ ਪਾਰੋਂ ਕਦੀ ਉਹ ਮੀਂਹ ਦੀਆਂ ਕਣੀਆਂ ਵਾਂਗ ਜੀਵਨ ਦਾਨ ਕਰਦਾ ਏ ਤੇ ਕਦੀ ਜਵਾਲਾਮੁਖੀ ਵਾਂਗ ਹਰ ਸ਼ੈ ਦੀ ਹੋਂਦ ਮੁਕਾ ਦਿੰਦਾ ਏ। ਉਸ ਜ਼ਾਤ ਤੇ ਗੁੰਝਲ ਖੋਲ੍ਹਣ ਲਈ ਗੀਤਾ ਗ੍ਰੰਥ ਤੇ ਕੁਰਾਨ ਦੇ ਵਰਕੇ ਫਰੋਲੇ ਗਏ ਤੇ ਇੱਕ ਜ਼ਾਤ ਨੂੰ ਵੱਖੋ ਵੱਖ ਸਿਫਤਾਂ ਨਾਲ ਪੁਕਾਰਿਆ ਗਿਆ। ਗੀਤਾ ਗ੍ਰੰਥ ਵਿੱਚ ਉਹ ਰਾਮ ਰੱਬ ਏ ਤੇ ਕੁਰਾਨ ਵਿੱਚ ਉਹਦੇ 99 ਨਾਂ ਨੇ ਜਿਹੜੀਆਂ ਉਹਦੀਆਂ ਸਿਫਤਾਂ ਤੇ ਵਡਿਆਈਆਂ ਨੇ। ਬੰਦਾ ਉਹਨੂੰ ਇੱਕ ਰੰਗ ਵਿੱਚ ਵੇਖਦਾ ਏ ਤੇ ਦੂਜੇ ਹੀ ਪਲ ਉਹ ਕਿਸੇ ਹੋਰ ਰੂਪ ਵਿੱਚ ਢਲ ਜਾਂਦਾ ਏ। ਕਦੀ ਉਹ ਬੰਦੇ ਦੇ ਮਨ ਵਿੱਚ ਸਮਾ ਜਾਂਦਾ ਏ ਤੇ ਕਦੀ ਪੂਰੀ ਕਾਇਨਾਤ ਉਹਦੇ ਵਜੂਦ ਦੇ ਲਿਸ਼ਕਾਰਿਆਂ ਨਾਲ ਚਮਕਦੀ ਦਿਸਦੀ ਏ। ਜਦੋਂ ਬੰਦਾ ਉਹਦੇ ਨੂਰ ਦੀਆਂ ਰਿਸ਼ਮਾਂ ਰਾਹੀਂ ਉਹਦੀ ਭਾਲ ਕਰਦਾ ਏ ਤੇ ਅਜਿਹੇ ਗੋਰਖ ਧੰਦੇ ਵਿੱਚ ਉਲਝ ਜਾਂਦਾ ਏ ਜਿੱਥੋਂ ਬਾਹਰ ਨਿਕਲਣਾ ਬੜਾ ਔਖਾ ਏ ਤੇ ਸਿੱਧਾ ਰਾਹ ਲੱਭਣਾ ਉਸ ਤੋਂ ਵੱਧ ਔਖਾ। ਗੋਰਖ ਧੰਦਾ ਪੇਚਾਂ ਵਾਲਾ ਇੱਕ ਤਾਲਾ ਏ ਜਾਂ ਇੱਕ ਭੁੱਲ ਭੁਲੇਖਿਆਂ ਵਾਲਾ ਰਾਹ ਏ? ਇਹ ਤਾਂ ਓਪਰੀ ਗੱਲ ਏ, ਪਰ ਗੁੱਝੀ ਰਮਜ਼ ਏ ਪਈ ਗੋਰਖ ਧੰਦਾ ਇਸ਼ਕ ਦੀ ਮੁੱਢਲੀ ਪੌੜੀ ਏ, ਆਪਣੀ ਜ਼ਾਤ ਨੂੰ ਫਨਾ ਕਰਨ ਦੀ ਪਹਿਲੀ ਮੰਜ਼ਿਲ ਏ। ਆਸ਼ਿਕ ਜਿਵੇਂ ਜਿਵੇਂ ਅਗਾਂਹ ਟੁਰਦਾ ਜਾਵੇਗਾ ਇਹ ਪੈਂਡਾ ਹੋਰ ਵੀ ਔਖਾ ਹੁੰਦਾ ਜਾਵੇਗਾ, ਜਿਹਦੇ ਬਾਰੇ ਮੋਹਨ ਸਿੰਘ ਆਖਦੇ ਨੇ, ਖੋਲ੍ਹਣ ਲੱਗਿਆ ਪੇਚ ਇਸ 'ਤੇ ਕਾਫਰ ਹੋ ਜਾਏ ਬੰਦਾ। ਇਹ ਮਿਸਰੇ ਭਾਵੇਂ ਚਿੰਤਾ ਭਰੇ ਨੇ, ਪਰ ਇਹਨਾਂ ਵਿੱਚ ਆਸ਼ਿਕ ਨੂੰ ਸੋਲ ਤੇ ਸਿੱਧੇ ਢੰਗ ਨਾਲ ਅਗਾਂਹ ਵਧਣ ਦੀ ਪ੍ਰੇਰਨਾ ਦਿੱਤੀ ਗਈ ਹੈ। ਇਸੇ ਤਰ੍ਹਾਂ ਪੇਚ ਕਿਸੇ ਸ਼ੈ ਦੀਆਂ ਪਰਤਾਂ ਖੋਲ੍ਹਣਾ ਏ ਤੇ ਪਰਤਾਂ ਖੋਲ੍ਹਣ ਲਈ ਖੋਜ ਦੀ ਲੋੜ ਹੁੰਦੀ ਏ। ਖੋਜ ਲਈ ਇਸ਼ਕ ਦੀ ਰਾਹ 'ਤੇ ਟੁਰਨਾ ਪੈਂਦਾ ਏ। ਇਸ਼ਕ ਦੀ ਰਾਹ ਵਿੱਚ ਅਕਲ ਆਣ ਖਲੋਂਦੀ ਏ। ਅਕਲ ਤੇ ਇਸ਼ਕ ਦੀ ਤਕਰਾਰ ਬੰਦੇ ਨੂੰ ਰਾਹੋਂ ਕੁਰਾਏ ਪਾ ਦਿੰਦੀ ਏ। ਆਸ਼ਿਕ ਆਪਣੇ ਮਾਸ਼ੂਕ ਨੂੰ ਤੇ ਤਾਲਿਬ ਆਪਣੇ ਮਤਲੂਬ ਨੂੰ ਪਾ ਲਵੇ ਤੇ ਇਸ ਜ਼ਾਹਰੀ ਦੁਨੀਆ ਨਾਲ ਉਹਦਾ ਨਾਤਾ ਟੁੱਟ ਜਾਂਦਾ ਏ। ਉਹ ਇਸ਼ਕ ਦਾ ਚੋਲਾ ਪਾ ਕੇ ਸਾਧੂ, ਵਲੀ, ਕੁਤਬ ਤੇ ਅਬਦਾਲ ਬਣ ਜਾਂਦਾ ਏ। ਜੇ ਉਹਦਾ ਇਸ਼ਕ ਸਾਦਕ ਨਾ ਹੋਵੇ ਤੇ ਰਾਹੋਂ ਕੁਰਾਹੇ ਪੈ ਕੇ ਲਾਈਲਗ ਮੋਮਨ ਬਣ ਜਾਂਦਾ ਏ। ਮੋਮਨ ਰੱਬ ਨੂੰ ਮੰਨਣ ਵਾਲਾ ਉਹ ਮੁਸਲਮਾਨ ਏ ਜਿਹੜਾ ਰੱਬ ਦੇ ਹਰ ਹੁਕਮ ਅੱਗੇ ਸਿਰ ਝੁਕਾਉਣਾ ਆਪਣਾ ਧਰਮ ਸਮਝਦਾ ਏ। ਪਰ ਲਾਈਲਗ ਮੋਮਨ ਉਹ ਏ ਜਿਹੜਾ ਰੱਬ ਨੂੰ ਮੰਨਦਾ ਤੇ ਹੈ ਪਰ ਈਮਾਨ ਦਾ ਕੱਚਾ ਏ। ਮੋਹਨ ਸਿੰਘ ਲਾਈਲਗ ਮੋਮਨ ਦੀ ਨਿੰਦਿਆ ਕਰਦੇ ਨੇ। ਉਹਨਾਂ ਦੇ ਨੇੜੇ ਅਜਿਹਾ ਮੋਮਨ ਜਿਹਦਾ ਕੋਈ ਇੱਕ ਰਾਹ ਨਹੀਂ ਤੇ ਜਿਹਦੀ ਸੋਚ ਵਿੱਚ ਦੂਈ ਏ, ਉਹਦੇ ਤੋਂ ਖੋਜੀ ਕਾਫਰ ਚੰਗਾ ਏ। ਕਾਫਰ ਰੱਬ ਦੇ ਵਜੂਦ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਵੀ ਖੋਜ ਤੇ ਤਹਿਕੀਕ ਤੋਂ ਪਿੱਛੇ ਨਹੀਂ ਹਟਦਾ। ਇਹੋ ਮੋਹਨ ਸਿੰਘ ਦੇ ਨੇੜੇ ਚੰਗਿਆਈ ਏ, ਕਿਉਂ ਜੇ ਉਹ ਲਾਈਲਗ ਮੋਮਨ ਨਾਲੋਂ ਕਈ ਦਰਜੇ ਚੰਗਾ ਏ। ਰੱਬੀ ਇਸ਼ਕ ਤਹਿਕੀਕ ਤੇ ਪਾਲ ਦੇ ਇਸ ਪੈਂਡੇ ਅਗਾਂਹ ਟੁਰੀਏ ਤਾਂ ਮੋਹਨ ਸਿੰਘ ਆਖਦੇ ਨੇ,
ਤੇਰੀ ਖੋਜ ਵਿੱਚ ਅਕਲ ਦੇ ਖੰਭ ਝੜ ਗਏ, ਤੇਰੀ ਭਾਲ ਵਿੱਚ ਥੋਥਾ ਖਿਆਲ ਹੋਇਆ। ਲੱਖਾਂ ਉਂਗਲਾਂ ਗੁੰਝਲਾਂ ਖੋਲ ਥਕੀਆਂ, ਤੇਰੀ ਜ਼ੁਲਫ ਦਾ ਸਿੱਧਾ ਨਾ ਵਾਲ ਹੋਇਆ। ਘਿੱਗੀ ਬੱਜ ਗਈ ਸੰਖਾਂ ਦੀ ਰੋ ਰੋ ਕੇ, ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ। ਚੀਕ ਚੀਕ ਕੇ ਕਲਮ ਦੀ ਜੀਭ ਪਾਟੀ, ਅਜੇ ਹੱਲ ਨਾ ਤੇਰਾ ਸਵਾਲ ਹੋਇਆ। ਤੇਰੀ ਸਿੱਖ ਕੋਈ ਸੱਜਰੀ ਸਿੱਖ ਤਾਂ ਨਹੀਂ, ਇਹ ਚੁਰੋਕਣੀ ਗਲੇ ਦਾ ਹਾਰ ਹੋਈ। ਇਹ ਅਦੋਕਣੀ ਜਦੋਂ ਦਾ ਬੁੱਤ ਬਣਿਆ, ਨਾਲ ਦਿਲ ਦੀ ਮਿੱਟੀ ਤਿਆਰ ਹੋਈ। ਖੋਜ ਭਾਲ ਤੇ ਰੱਬ ਦੀ ਤਲਾਸ਼ ਇਸ਼ਕ ਦੇ ਉਹ ਅੰਗ ਨੇ, ਜਿਨ੍ਹਾਂ ਬਾਝ ਇਸ਼ਕ ਦੀ ਰਾਹ 'ਤੇ ਟੁਰਿਆ ਨਹੀਂ ਜਾ ਸਕਦਾ। ਮਹਿਬੂਬ ਨੂੰ ਭਾਲਣ ਦੀ ਚਾਹ ਹੀ ਖੋਜ 'ਤੇ ਉਭਾਰਦੀ ਏ, ਤੇ ਸਭ ਕੁੰਝਲਾਂ ਇੱਕ ਇੱਕ ਕਰਕੇ ਖੁੱਲ੍ਹਦੀਆਂ ਜਾਂਦੀਆਂ ਨੇ। ਮੋਹਨ ਸਿੰਘ ਖੋਜ 'ਤੇ ਕਿਉਂ ਜ਼ੋਰ ਦਿੰਦੇ ਨੇ? ਖੋਜ ਦੀ ਲੋੜ ਕਿਉਂ ਹੁੰਦੀ ਏ? ਅਸਲ ਵਿੱਚ ਸਾਰਾ ਸੰਸਾਰ ਖੋਜੀ ਬਣ ਕੇ ਆਪਣੇ ਬਣਾਵਣ, ਉਸਾਰਨ, ਮਾਰਨ ਤੇ ਮਿਟਾਵਣ ਵਾਲੇ ਦਾ ਖੁਰਾ ਲੱਭਦਾ ਨਜ਼ਰ ਆਉਂਦਾ ਏ। ਇਹ ਨੀਲਾ ਅਸਮਾਨ ਬਿਨਾਂ ਥੰਮਾਂ ਤੋਂ ਕਿਵੇਂ ਖਲੋਤਾ ਏ? ਜ਼ਮੀਨ ਦਾ ਅੰਤ ਕਿੱਥੇ ਹੁੰਦਾ ਏ? ਸਾਗਰ ਦੇ ਕੰਢੇ ਅੱਜ ਤਾਈਂ ਲੱਭੇ ਕਿਉਂ ਨਹੀਂ? ਇੱਕ ਨਿੱਕਾ ਬੀ ਪਥਰੀਲੀ ਜ਼ਮੀਨ ਨੂੰ ਪਾੜ ਕੇ ਸੰਘਣਾ ਰੁੱਖ ਕਿਵੇਂ ਬਣ ਜਾਂਦਾ ਏ? ਸੂਰਜ, ਚੰਨ, ਤਾਰਿਆਂ ਦੀ ਰੁਸ਼ਨਾਈ ਕਿਸ ਜ਼ਾਤ ਤੱਕ ਰਿਸ਼ਮਾ ਏ? ਇਹ ਕੁਝ ਸਵਾਲ ਨੇ, ਜੇ ਇਹਨਾਂ ਦਾ ਜਵਾਬ ਲੱਭਣ ਟੁਰੀਏ ਤਾਂ ਆਪ ਹੀ ਕਦਮ ਉਸ ਰਾਹ 'ਤੇ ਟੁਰ ਪੈਂਦੇ ਨੇ, ਜਿੱਥੇ ਮਸੀਤਾਂ ਵਿੱਚ ਰੱਬ ਤੇ ਮੰਦਰਾਂ ਵਿੱਚ ਰਾਮ ਦੀ ਦੁਹਾਈ ਪੈਂਦੀ ਏ। ਸਾਰਾ ਝਗੜਾ ਹੀ ਇੱਥੋਂ ਸ਼ੁਰੂ ਹੁੰਦਾ ਏ। ਪਈ ਜੀ ਉਹ ਜ਼ਾਤ ਇੱਕ ਏ, ਤੇ ਫਿਰ ਉਹਦੇ ਨਾਂ ਵੱਖੋ ਵੱਖ ਕਿਉਂ ਨੇ? ਪੂਰੀ ਨਜ਼ਮ ਵਿੱਚ ਮੋਹਨ ਸਿੰਘ ਦੇ ਲਹਿਜੇ ਦਾ ਲਹਾ ਚੜ੍ਹਾ, ਉਹਨਾਂ ਦੇ ਅੰਦਰ ਉੱਠਦੇ ਸਵਾਲਾਂ ਦੇ ਹੜ੍ਹ ਦਾ ਸੱਤ ਏ। ਸਾਦੇ ਤੇ 100 ਅੱਖਰ ਵਰਤ ਕੇ ਉਹ ਕੁੱਲ ਸੰਸਾਰ ਦੇ ਰੱਬ ਨੂੰ ਜਾਣਨ ਤੇ ਸਿਆਣਨ ਦੀ ਸਦਰ ਰੱਖਦੇ ਨੇ, ਤੇ ਇਹ ਮੱਤ ਦਿੰਦੇ ਨੇ, ਰੱਬ ਦੀ ਖੋਜ ਤੇ ਭਾਲ ਵਿੱਚ ਅਕਲ ਤੋਂ ਕੰਮ ਲੈਣਾ ਚਾਹੀਦਾ ਏ, ਤੇ ਜ਼ਹਿਰੀਲੀਆਂ ਸੋਚਾਂ ਤੋਂ ਆਪਣੇ ਇਸ਼ਕ ਨੂੰ ਪਾਕ ਰੱਖਣਾ ਚਾਹੀਦਾ ਏ। ਕਿਉਂ ਜੀ ਇਹ ਅੱਲਾ ਵਾਲਿਆਂ ਦੀ ਰਾਹ ਏ, ਜਿਹਦੀ ਮੰਜ਼ਿਲ ਰੱਬ ਦੀ ਪ੍ਰੀਤ ਏ। ਇਸ਼ਕ ਤੇ ਅਕਲ ਦੇ ਇਸ ਰਾਹ ਵਿੱਚ ਅਗਾਂਹ ਟੁਰੀਏ ਤਾਂ ਇੱਥੇ ਮੋਹਨ ਸਿੰਘ ਲੁਕਾਈ ਤੋਂ ਬਾਜ ਰੱਬ ਨਾਲ ਵਿਚਾਰ ਸਾਂਝੇ ਕਰਦੇ ਨੇ, ਜਿਵੇਂ ਆਪਣੇ ਸਾਹਮਣੇ ਬੈਠੇ ਦਰਦੀ ਨੂੰ ਦੁੱਖ ਸੁਣਾ ਰਹੇ ਹੋਵਣ। ਸ਼ਾਇਰ ਨੇ ਆਪਣੇ ਵਿਚਾਰਾਂ ਦਾ ਵਟਾਂਦਰਾ ਕਰਨ ਲਈ ਨਜ਼ਮ ਨੂੰ ਤਸ਼ਬੀਹਾਂ, ਇਸਤਾਰਿਆਂ ਤੇ ਤਲਮੀਆਂ ਨਾਲ ਸ਼ਿੰਗਾਰਿਆ ਏ। ਇਸ ਬੰਦ ਵਿੱਚ ਸਭ ਤੋਂ ਪਹਿਲਾਂ ਰੱਬ ਨੂੰ ਵਾਲਾਂ ਦਾ ਉਹ ਗੁੰਝਲ ਆਖਿਆ ਏ, ਜਿਹਨੂੰ ਲੱਖਾਂ ਉਂਗਲਾਂ ਵੀ ਨਹੀਂ ਖੋਲ੍ਹ ਸਕੀਆਂ। ਇਹ ਗੁੰਝਲ ਅਸਲ ਵਿੱਚ ਉਹ ਸਵਾਲ ਨੇ ਜਿਹੜੇ ਉਹਨਾਂ ਦੇ ਮਨ ਵਿੱਚ ਉੱਠਦੇ ਨੇ ਤੇ ਜੀਵਨ ਦੇ ਪੰਨਿਆਂ ਉੱਤੇ ਖਿਲਰ ਜਾਂਦੇ ਨੇ। ਨਜ਼ਮ ਵਿੱਚ ਵੱਖੋ ਵੱਖ ਮਜ਼ਹਬਾਂ ਬਾਰੇ ਜਾਣਕਾਰੀ ਵੀ ਮੋਹਨ ਸਿੰਘ ਹੋਰਾਂ ਦੀ ਇਲਮੀ ਵਡਿਆਈ ਨੂੰ ਜ਼ਾਹਰ ਕਰਦੀ ਏ। ਜਿਵੇਂ ਘਿੱਗੀ ਬੱਜ ਗਈ ਸੰਖਾਂ ਦੀ ਰੋ ਰੋ ਕੇ। ਸੰਖ ਮੰਦਰਾਂ ਵਿੱਚ ਵਜਾਇਆ ਜਾਵਣ ਵਾਲਾ ਗੂੰਗਾ ਏ, ਜਿਹੜਾ ਪੂਜਾ ਪਾਠ ਤੋਂ ਪਹਿਲਾਂ ਉੱਚੀ ਆਵਾਜ਼ ਵਿੱਚ ਵਜਾਇਆ ਜਾਂਦਾ ਏ। ਇਹ ਇੱਕ ਅਲਾਮਤੀ ਢੰਗ ਏ। ਸੰਖ ਅਜ਼ਲਾਂ ਤੋਂ ਵੱਜ ਰਿਹਾ ਏ। ਧਰਮਾਂ ਵਿੱਚ ਵੰਡੀ ਲੋਕਾਈ ਨੇ ਇਸ ਨੂੰ ਮਸੀਤ ਵਿੱਚ ਅਜ਼ਾਨ ਤੇ ਮੰਦਰ ਵਿੱਚ ਘੰਟੀ ਦਾ ਨਾਂ ਦਿੱਤਾ ਏ। ਅਸਲ ਵਿੱਚ ਇਹ ਸਭ ਇੱਕੋ ਜ਼ਾਤ ਦੇ ਆਲ ਦੁਆਲੇ ਘੁੰਮਦੇ ਵੱਖੋ ਵੱਖ ਨਾਂ ਨੇ।
ਰੱਬ ਦੀ ਜ਼ਾਤ ਵੇਲੇ ਦੀ ਕੈਦ ਤੋਂ ਆਜ਼ਾਦ ਏ ਤੇ ਅਜਿਹਾ ਸਵਾਲ ਏ ਜਿਹਦਾ ਕੋਈ ਜਵਾਬ ਨਹੀਂ। ਕਲਮਾਂ ਦੀ ਰੁਸ਼ਨਾਈ ਤੇ ਅੱਖਰ ਉਸ ਜ਼ਾਤ ਦੀ ਇੱਕ ਵਡਿਆਈ ਵੀ ਬਿਆਨ ਨਹੀਂ ਕਰ ਸਕਦੇ। ਰੱਬ ਦੀ ਖੋਜ ਤੇ ਇਸ਼ਕ ਦਾ ਪੈਂਡਾ ਇੱਥੇ ਹੀ ਨਹੀਂ ਮੁੱਕਦਾ। ਮੋਹਨ ਸਿੰਘ ਰੱਬ ਨੂੰ ਪਾਲਣ ਤੇ ਜਾਣਨ ਦੀ ਸਦਰ ਨੂੰ ਇਨਸਾਨੀ ਵਜੂਦ ਦੀ ਤਖਲੀਕ ਦੇ ਸਮੇਂ ਨਾਲ ਜੋੜਦੇ ਨੇ। ਇਹੋ ਵਜ੍ਹਾ ਏ ਜਦੋਂ ਇਨਸਾਨ ਦੇ ਦਿਲ ਨੇ ਪਹਿਲੀ ਵਾਰ ਧੜਕਣਾ ਸਿੱਖਿਆ, ਉਹਦੇ ਅੰਦਰ ਆਪਣੇ ਰੱਬ ਨੂੰ ਜਾਣਨ ਦੀ ਸਦਰ ਪੈਦਾ ਹੋ ਗਈ। ਦਿਲ ਰੱਬ ਦਾ ਘਰ ਏ। ਰੱਬ ਨਾਲ ਮਿਲਣ ਦੀ ਸਦਰ ਵੀ ਦਿਲ ਵਿੱਚ ਹੀ ਪੈਦਾ ਹੁੰਦੀ ਏ ਤੇ ਜਦੋਂ ਦਿਲ ਧੜਕਣਾ ਬੰਦ ਕਰਦਾ ਏ, ਰੱਬ ਨਾਲ ਮਿਲਣ ਦਾ ਰਾਹ ਖੁੱਲ੍ਹ ਜਾਂਦਾ ਏ। ਕਿਉਂ ਜੇ ਮਰ ਕੇ ਰੱਬ ਨਾਲ ਮਿਲਣ ਦੀ ਸਦਰ ਵੀ ਇਸ਼ਕ ਦਾ ਹੀ ਇੱਕ ਰੰਗ ਏ। ਸੂਫੀਆਂ ਲਈ ਜਿਸਮ ਕੈਦਖਾਨਾ ਏ ਜਿਹਦੇ ਵਿੱਚ ਰੂਹ ਆਪਣੇ ਰੱਬ ਨੂੰ ਮਿਲਣ ਲਈ ਤੜਪਦੀ ਏ। ਮੌਤ ਤੋਂ ਬਾਅਦ ਰੂਹ ਨੂੰ ਮੁਕਤੀ ਮਿਲਦੀ ਏ ਤੇ ਉਹ ਆਜ਼ਾਦ ਹੋ ਜਾਂਦੀ ਏ। ਤੇਰੇ ਹਿਜਰ ਵਿੱਚ ਕਿਸੇ ਨੇ ਕੰਨ ਪਾੜੇ ਅਤੇ ਕਿਸੇ ਨੇ ਜਟਾਂ ਵਧਾਈਆਂ ਨੇ। ਬੂਹੇ ਮਾਰ ਕੇ ਕਿਸੇ ਨੇ ਚਿੱਲੇ ਕੱਟੇ, ਕਿਸੇ ਰੜੇ ਤੇ ਰਾਤਾਂ ਲੰਘਾਈਆਂ ਨੇ। ਕੋਈ ਲਮਕਿਆ ਖੂਹ ਦੇ ਵਿੱਚ ਪੁੱਠਾ ਅਤੇ ਕਿਸੇ ਨੇ ਧੂਣੀਆਂ ਤਾਈਆਂ ਨੇ। ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ ਪਰ ਤੂੰ ਮੂੰਹ ਤੋਂ ਜ਼ੁਲਫਾਂ ਨਾ ਚਾਹੀਆਂ ਨੇ। ਤੇਰੀ ਸਿੱਕ ਦੇ ਕਈ ਤਿਹਾਏ ਮਰ ਗਏ, ਅਜੇ ਤੀਕ ਨਾ ਵਸਲ ਦਾ ਜਗ ਲੱਭਾ। ਲੱਖਾਂ ਸੱਸੀਆਂ ਮਰ ਗਈਆਂ ਥਲਾਂ ਅੰਦਰ, ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ। ਨਜ਼ਮ ਦਾ ਤੀਜਾ ਬੰਦ ਅਸਲ ਵਿੱਚ ਪਹਿਲੇ ਬੰਦਾਂ ਦੀ ਤਸ਼ਰੀਹ ਏ। ਇਨਸਾਨ ਇਸ ਮਾਦੀ ਦੁਨੀਆ ਵਿੱਚ ਆਉਣ ਤੋਂ ਬਾਅਦ ਹੀ ਰੱਬ ਤੋਂ ਵਿਛੋੜੇ ਦਾ ਸੇਕ ਮਹਿਸੂਸ ਕਰਦਾ ਏ ਤੇ ਮੁੜ ਉਸੇ ਕੋਲ ਜਾਣ ਦੇ ਯਤਨ ਕਰਦਾ ਏ। ਰੱਬ ਇਨਸਾਨ ਦਾ ਪਹਿਲਾ ਇਸ਼ਕ ਏ ਤੇ ਇਨਸਾਨ ਦੀ ਰੂਹ ਆਪਣੇ ਮਾਸ਼ੂਕ ਲਈ ਤੜਪਦੀ ਤੇ ਕੁਰਲਾਉਂਦੀ ਏ। ਐਸੇ ਤੜਪ ਨੇ ਇਸ਼ਕ ਤੇ ਵਿਛੋੜੇ ਦੇ ਪਾਂਧਿਆਂ ਨੂੰ ਕੰਨ ਪਾੜਨ, ਜਟਾਂ ਯਾਨੀ ਵਾਲ ਵਧਾਣ, ਬੂਹੇ ਮਾਰ ਕੇ ਚਿੱਲੇ ਕੱਟਣ, ਵਿਰਾਨੇ ਵਿੱਚ ਰਾਤਾਂ ਲੰਘਾਵਣ ਤੇ ਖੂਹ ਵਿੱਚ ਪੁੱਠਾ ਲਮਕ ਕੇ ਇਸ਼ਕ ਦੇ ਪਾਠ ਪੜ੍ਹਨ ਵੱਲ ਪ੍ਰੇਰਿਆ। ਓਪਰੀ ਨਜ਼ਰ ਨਾਲ ਵੇਖੀਏ ਤਾਂ ਇਹ ਸਭ ਯਤਨ ਆਸ਼ਿਕ ਆਪਣੇ ਮਾਸ਼ੂਕ ਦੀ ਰਜ਼ਾ ਲਈ ਕਰਦੇ ਨੇ। ਅਸਲ ਵਿੱਚ ਇਹ ਫਨਾ ਫਿਜ਼ਾਤ ਤੋਂ ਫਨਾ ਫਿੱਲਾ ਦੇ ਉਹ ਦਰਜੇ ਨੇ ਜਿਨ੍ਹਾਂ ਰਾਹੀਂ ਨਫਸ ਨੂੰ ਮਾਰਨ ਤੇ ਰੱਬ ਦੇ ਤਾਬੇ ਕਰਨ ਲਈ ਅੰਦਰ ਨੂੰ ਪਾਕ ਕਰਨ ਦੇ ਯਤਨ ਨੇ। ਸੱਚ ਇਹ ਵੇ ਕਿ ਇਸ਼ਕ ਸੱਚਾ ਹੋਵੇ ਤੇ ਰਾਂਝੇ ਵਾਂਗ ਕੰਨ ਵੀ ਪੜਾਂਦਾ ਏ ਤੇ ਵਿਰਾਨ ਸੁੰਜੀਆਂ ਥਾਵਾਂ ਤੇ ਡੇਰੇ ਵੀ ਲਵਾਂਦਾ ਏ। ਤਾਰੀਖ ਗਵਾਹ ਏ ਆਸ਼ਕਾਂ ਨੇ ਸੁੰਜੀਆਂ ਥਾਵਾਂ ਹਮੇਸ਼ ਲਈ ਵਸਾ ਛੱਡੀਆਂ ਨੇ। ਅਦਬ ਵਿੱਚ ਆਸ਼ਿਕ ਲਈ ਸੂਫੀ ਦਾ ਸ਼ਬਦ ਵਰਤਿਆ ਜਾਂਦਾ ਹੈ ਤੇ ਸੂਫੀ ਰੱਬ ਨੂੰ ਬਾਹਰਲੀ ਦੁਨੀਆ ਵਿੱਚ ਖੋਜਣ ਲਈ ਅੰਦਰ ਨੂੰ ਪਾਕ ਕਰਦਾ ਏ। ਅੰਦਰ ਚਾਨਣ ਹੋਵੇਗਾ ਤੇ ਹਰ ਥਾਂ ਤੇ ਉਹਦੀ ਜ਼ਾਤ ਦੇ ਜਲਵੇ ਨਜ਼ਰ ਆਉਣਗੇ। ਨਫਸ ਨੂੰ ਮਾਰਨ ਲਈ ਮੈਂ ਦੀ ਨਿੰਦਿਆ ਕਰਨਾ ਤਸੱਵੁਫ ਦੀ ਉਹ ਕੁੰਜੀ ਏ ਜਿਹੜੀ ਦਿਲ ਤੇ ਲੱਗੇ ਹਰ ਤਾਲੇ ਨੂੰ ਖੋਲ੍ਹ ਦਿੰਦੀ ਏ। ਬਾਬਾ ਫਰੀਦ ਆਖਦੇ ਨੇ, ਫਰੀਦਾ ਮੈਂ ਨੂੰ ਮੁੰਝ ਕਰ ਨਿੱਕੀ ਕਰ ਕਰ ਕੁੱਟ, ਭਰੇ ਖਜ਼ਾਨੇ ਰੱਬ ਦੇ ਜੋ ਪਾਵੇ ਸੋ ਲੁੱਟ। ਅਗਲੇ ਮਿਸਰਿਆਂ ਵਿੱਚ ਆਸ਼ਕਾਂ ਦੇ ਕੀਤੇ ਗਏ ਯਤਨਾਂ ਬਾਰੇ ਲਾਡ ਤੇ ਮਾਣ ਭਰੀਆਂ ਉਹ ਗੱਲਾਂ ਨੇ ਜਿਹੜੀਆਂ ਕੋਈ ਆਪਣੇ ਬਹੁ ਪਿਆਰੇ ਮਹਿਬੂਬ ਨਾਲ ਕਰੇਂਦਾ ਏ। ਰੱਬਾ ਤੇਰੀ ਦੀਦ ਦੇ ਪਿਆਸੇ ਲੱਖਾਂ ਲੋਕ
ਐਸ ਸੱਦਰ ਨੂੰ ਦਿਲ ਵਿੱਚ ਲੈ ਕੇ ਦੁਨੀਆ ਤੋਂ ਚਲੇ ਗਏ। ਪਰ ਉਸ ਜਹਾਨ ਦਾ ਕੋਈ ਖੁਰਾ ਨਹੀਂ ਲੱਭਾ ਜਿੱਥੇ ਤੇਰੇ ਨੂਰ ਦੀਆਂ ਰਿਸ਼ਮਾਂ ਲੱਭ ਸਕਣ। ਇਹਦੀ ਮਿਸਾਲ ਇੰਜ ਦਿੰਦੇ ਨੇ, ਲੱਖਾਂ ਸੱਸੀਆਂ ਮਰ ਗਈਆਂ ਥਲਾਂ ਅੰਦਰ, ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ। ਸੱਸੀ ਪੁੰਨੂੰ ਇੱਕ ਮਸ਼ਹੂਰ ਲੋਕ ਦਾਸਤਾਨ ਹੈ। ਸੱਸੀ ਪੰਬੋਰ ਦੇ ਰਾਜਾ ਦੀ ਧੀ ਸੀ। ਸੱਸੀ ਇਸ਼ਕ, ਮੁਹੱਬਤ ਤੇ ਵਫਾ ਦਾ ਨਾਂ ਹੈ। ਪੁੰਨੂੰ ਦਾ ਅਸਲ ਨਾਂ ਮੀਰ ਪੁੰਨੂੰ ਖਾਨ ਹੈ ਤੇ ਉਹ ਬਲੋਚਿਸਤਾਨ ਦੇ ਕਬੀਲੇ ਹੋਤ ਦਾ ਸਰਦਾਰ ਹੈ। ਜ਼ਾਲਿਮ ਸਮਾਜ ਪਾਰੋਂ ਇਹਨਾਂ ਦਾ ਇਸ਼ਕ ਸਿਰੇ ਨਹੀਂ ਚੜ੍ਹਦਾ। ਪੁੰਨੂੰ ਨੂੰ ਧੋਖੇ ਨਾਲ ਸ਼ਰਾਬ ਪਿਆ ਕੇ ਸੱਸੀ ਤੋਂ ਦੂਰ ਕਰ ਦਿੱਤਾ ਜਾਂਦਾ ਹੈ। ਵਫਾ ਦੀ ਦੇਵੀ ਸੱਸੀ ਆਪਣੇ ਪੁੰਨੂੰ ਨੂੰ ਭਾਲਦੀ ਥਲਾਂ ਵੱਲ ਨੱਸਦੀ ਹੈ। ਥਲਾਂ ਵਿੱਚ ਉਹਨੂੰ ਇੱਕ ਅਯਾਲੀ ਮਿਲਦਾ ਹੈ ਜਿਹਦੀ ਸੱਸੀ ਦੇ ਹੁਸਨ 'ਤੇ ਨੀਅਤ ਖਰਾਬ ਹੋ ਜਾਂਦੀ ਹੈ। ਆਖਿਆ ਜਾਂਦਾ ਏ, ਦੁੱਖਾਂ ਦੀ ਮਾਰੀ ਸੱਸੀ ਦੁਆ ਕਰਦੀ ਏ, ਰੱਬਾ ਮੈਨੂੰ ਲੁਕਾ ਲੈ। ਉਹਦੀ ਦੁਆ ਕਬੂਲ ਹੋ ਜਾਂਦੀ ਏ। ਜ਼ਮੀਨ ਫਟਦੀ ਏ ਤੇ ਉਹ ਜ਼ਮੀਨ ਵਿੱਚ ਸਮਾ ਜਾਂਦੀ ਏ। ਸੱਸੀ ਦੀ ਤਲਾਸ਼ ਵਿੱਚ ਪੁੰਨੂੰ ਉੱਥੇ ਆਉਂਦਾ ਏ ਤੇ ਅਯਾਲੀ ਉਹਨੂੰ ਸਾਰੀ ਗੱਲ ਸੁਣਾ ਦਿੰਦਾ ਏ। ਪੁੰਨੂੰ ਵੀ ਉਹ ਦੁਆ ਕਰਦਾ ਏ। ਜ਼ਮੀਨ ਫਟਦੀ ਏ ਤੇ ਉਹ ਵੀ ਜ਼ਮੀਨ ਵਿੱਚ ਸਮਾ ਜਾਂਦਾ ਏ। ਇੰਜ ਇਸ਼ਕ ਦੀ ਦਾਸਤਾਨ ਥਲਾਂ ਦੀ ਰੇਤ ਵਿੱਚ ਗਵਾਚ ਜਾਂਦੀ ਏ ਤੇ ਦੁਨੀਆ ਉੱਤੇ ਨਾ ਮਿਲਣ ਵਾਲੇ ਮਰ ਕੇ ਇੱਕ ਮਿੱਕ ਹੋ ਜਾਂਦੇ ਨੇ। ਕਿਸੇ ਫੁੱਲ ਕੁਰਾਨ ਦਾ ਪਾਠ ਕੀਤਾ, ਕਿਸੇ ਦਿਲ ਦਾ ਪੱਤਰਾ ਖੋਲ੍ਹਿਆ ਵੇ, ਕਿਸੇ ਨੈਣਾ ਦੇ ਸਾਗਰ ਹੰਗਾਲ ਮਾਰੇ, ਕਿਸੇ ਹਿੱਕ ਦਾ ਖੂੰਜਾ ਫਰੋਲਿਆ ਵੇ, ਕਿਸੇ ਗੱਲਾਂ ਦੇ ਦੀਵੇ ਦੀ ਲੌ ਥੱਲੇ ਤੈਨੂੰ ਜ਼ੁਲਫਾਂ ਦੀ ਰਾਤ ਵਿੱਚ ਟੋਲਿਆ ਵੇ। ਰੋ ਰੋ ਕੇ ਦੁਨੀਆ ਨੇ ਰਾਹ ਪਾਏ, ਪਰ ਤੂੰ ਹੱਸ ਕੇ ਅਜੇ ਨਾ ਬੋਲਿਆ ਵੇ। ਦੀਦੇ ਕਲੰਜ ਮਾਰੇ ਤੇਰੇ ਆਸ਼ਕਾਂ ਨੇ, ਅਜੇ ਅਥਰੂ ਤੈਨੂੰ ਨਾ ਪੋਹੇ ਕੋਈ। ਤੇਰੀ ਸਹੁੰ ਕੁਝ ਰੋਣ ਦਾ ਮਜ਼ਾ ਹੀ ਨਹੀਂ, ਪੂੰਝਣ ਵਾਲਾ ਜੇ ਕੋਈ ਨਾ ਹੋਵੇ ਕੋਈ। ਤੇਰੀ ਸਹੁੰ ਕੁਝ ਰੋਣ ਦਾ ਮਜ਼ਾ ਹੀ ਨਹੀਂ, ਪੂੰਝਣ ਵਾਲਾ ਜੇ ਕੋਲ ਨਾ ਹੋਏ ਕੋਈ। ਮਹਿਬੂਬ ਨੂੰ ਰਿਝਾਵਣ ਤੇ ਪਰਚਾਵਣ ਦੀ ਰੀਤ ਨਵੀਂ ਨਹੀਂ। ਜੇ ਮਹਿਬੂਬ ਭੇਸ ਵਟਾਂਦਾ ਏ ਤੇ ਆਸ਼ਿਕ ਵੀ ਨਵੇਂ-ਨਵੇਂ ਯਤਨ ਕਰਕੇ ਯਾਰ ਮਨਾਂਦਾ ਏ। ਭਾਵੇਂ ਫੁੱਲਾਂ ਵਰਗੇ ਨਿਰੋਏ ਬੰਦੇ ਕੁਰਾਨ ਵਿੱਚ ਇਸ਼ਾਰਿਆਂ ਤੋਂ ਰੱਬ ਦਾ ਖੁਰਾ ਲੱਭਣ, ਦਿਲ ਦੇ ਡੂੰਘੇ ਸਾਗਰ ਵਿੱਚ ਗੋਤਾ ਖਾਵਣ ਜਾਂ ਆਪਣੀ ਰੱਤ ਦੇ ਦੀਵੇ ਬਾਲ ਕੇ ਰਾਤ ਦੇ ਹਨੇਰੇ ਵਿੱਚ ਉਹਦੇ ਨੂਰ ਦੀਆਂ ਰਿਸ਼ਮਾਂ ਲੱਭਣ, ਸਭ ਦਾ ਮਕਸਦ ਯਾਰ ਮਨਾਣਾ ਏ। ਯਾਰ ਜਦੋਂ ਰਾਜ਼ੀ ਹੋ ਕੇ ਮੁਖ ਤੋਂ ਘੁੰਡ ਲਾ ਦੇਵੇਗਾ, ਸਭ ਨੂੰ ਨਵੀਂ ਹਯਾਤੀ ਦਾਨ ਹੋਏਗੀ। ਇਹ ਮਕਸਦ ਬੁੱਲੇ ਸ਼ਾਹ ਵਾਂਗ ਨੱਚ ਕੇ ਯਾਰ ਮਨਾਵਣ ਦਾ ਏ। ਉਹ ਇਸ਼ਕ ਹੀ ਕੀ ਜਿਹੜਾ ਵਿੱਚ ਬਾਜ਼ਾਰ ਨਚਾ ਨਾ ਦੇਵੇ ਤੇ ਯੂਸਫ ਵਰਗੇ ਸੋਹਣੇ ਨਬੀ ਨੂੰ ਮਿਸਰ ਦੇ ਬਾਜ਼ਾਰ ਵਿਕਾ ਨਾ ਦੇਵੇ। ਹਜ਼ਰਤ ਯੂਸਫ ਇੱਕ ਪੈਗੰਬਰ ਸਨ ਜੋ ਆਪਣੇ ਹੁਸਨ ਪਾਰੋਂ ਮਸ਼ਹੂਰ ਸਨ। ਮਤਰਏ ਭਰਾਵਾਂ ਦੇ ਜ਼ੁਲਮ ਪਾਰੋਂ ਉਹ ਮਿਸਰ ਦੇ ਬਾਜ਼ਾਰ ਵਿਕੇ। ਹਰ ਗਮ ਤੇ ਦੁੱਖ ਚਰਿਆ, ਪਰ ਰੱਬ ਨਾਲ ਲੌ ਲਾਈ ਰੱਖੀ। ਅਖੀਰ ਰੱਬ ਉਹਨਾਂ ਨੂੰ ਕਾਮਯਾਬ ਕੀਤਾ ਤੇ ਜਿਸ ਬਾਜ਼ਾਰ ਵਿਕੇ ਸਨ ਉਸੇ ਸ਼ਹਿਰ ਦੇ ਹਾਕਮ ਬਣੇ। ਮੋਹਨ ਸਿੰਘ ਦੀ ਨਜ਼ਮ ਵਿੱਚ ਤਲਬ ਸਿਰਫ ਦੀਦ ਏ। ਇਸ ਲਈ ਉਹ ਕਦੀ ਗਿਲਾ ਕਰਦੇ ਨੇ ਤੇ ਕਦੀ ਆਪਣੇ ਹੰਝੂਆਂ ਤੇ ਅਥਰੂਆਂ ਨਾਲ ਯਾਰ ਨੂੰ ਮਨਾਵਣ ਦਾ ਯਤਨ ਕਰਦੇ ਨੇ। ਮਹਿਬੂਬ ਉੱਤੇ ਇਹਨਾਂ ਹੰਝੂਆਂ ਦਾ ਕੋਈ ਅਸਰ ਨਹੀਂ। ਉਹ ਆਪਣੀ ਆਨ ਬਾਨ ਤੇ ਨਾਜ਼ ਨਖਰਿਆਂ ਨਾਲ ਸਭ ਕੁਝ ਵੇਖਦਾ ਏ ਤੇ ਖਿੜ-ਖਿੜ ਹੱਸਦਾ ਏ, ਪਰ ਮੂੰਹੋਂ ਕੁਝ ਨਹੀਂ ਬੋਲਦਾ। ਸ਼ਾਹ ਹੁਸੈਨ ਆਖਦੇ ਨੇ,
ਮਿੱਤਰਾਂ ਦੀ ਮਜਮਾਨੀ ਖਾਤਰ ਦਿਲ ਦਾ ਲੋਹੂ ਛਾਣੀ ਦਾ, ਕੱਢ ਕਲੇਜਾ ਕੀਤਮ ਬੇਰੇ, ਸੋ ਵੀ ਲਾਇਕ ਨਾਹੀਂ ਤੇਰੇ, ਹੋਰ ਤੋਫੀਕ ਨਹੀਂ ਕੁਝ ਮੇਰੇ, ਪੀਓ ਕਟੋਰਾ ਪਾਣੀ ਦਾ। ਇਸ ਕਾਫੀ ਵਿੱਚ ਵੀ ਯਾਰ ਮਨਾਵਣ ਲਈ ਕਲੇਜੇ ਦੇ ਟੋਟੇ ਤੇ ਹੰਝੂਆਂ ਦਾ ਪਿਆਲਾ ਪੇਸ਼ ਕੀਤਾ ਗਿਆ ਹੈ, ਪਰ ਸੱਜਣ ਬੇਪਰਵਾਹ ਲਈ ਇਹ ਵੀ ਘੱਟ ਹੈ। ਅਖੀਰਲੇ ਦੋ ਮਿਸਰਿਆਂ ਵਿੱਚ ਇਕਲਾਪੇ ਦਾ ਦੁੱਖ ਨਜ਼ਰ ਆਉਂਦਾ ਹੈ। ਕਿਉਂ ਜੇ ਸੱਜਣ ਨਾਲ ਹੋਵੇ ਤੇ ਉਹ ਰੋਵਣ ਨਹੀਂ ਦਿੰਦਾ। ਜੇ ਰੋ ਪਵੀਏ ਤੇ ਹੰਝੂ ਪੂੰਝ ਕੇ ਆਪਣੀ ਹੋਂਦ ਤੇ ਸਾਂਝ ਦੀ ਪੱਕ ਕਰਾਉਂਦਾ ਹੈ। ਗੋ ਕਰੋ, ਇਕਲਾਪਾ ਸਾਰੇ ਸੰਸਾਰ ਦਾ ਰੋਗ ਹੈ। ਇਨਸਾਨ ਆਪਣੇ ਪਰਛਾਵੇਂ ਕੋਲੋਂ ਡਰਦਾ ਹੈ। ਇਹੋ ਡਰ ਉਹਨੂੰ ਆਪਣੇ ਰੱਬ ਦੇ ਨੇੜੇ ਕਰਦਾ ਹੈ। ਜਦੀਦ ਸ਼ਾਇਰੀ ਵਿੱਚ ਇਕਲਾਪੇ ਦਾ ਰੰਗ ਬਹੁ ਉਗੜਵਾਏ ਮੁਨੀਰ ਨਿਆਜ਼ੀ ਆਖਦੇ ਨੇ, ਸ਼ਹਿਰ ਦੇ ਮਕਾਨ ਆਪਣੇ ਹੀ ਡਰ ਤੋਂ ਜੁੜੇ ਹੋਏ ਨੇ ਇੱਕ ਦੂਜੇ ਦੇ ਨਾਲ। ਮੋਹਨ ਸਿੰਘ ਦੀ ਨਜ਼ਮ ਇਸ਼ਕ ਦੇ ਪੈਂਡੇ ਵਿੱਚ ਅੱਗੇ ਟੁਰਦੀ ਹੈ ਤੇ ਉਹ ਲਿਖਦੇ ਨੇ, ਤੇਰੀ ਮਾਂਗ ਦੀ ਸੜਕ 'ਤੇ ਪਿਆ ਜਿਹੜਾ, ਉਸ ਨੂੰ ਹੀਲਿਆਂ ਨਾਲ ਪਰਤਾਇਆ ਤੂੰ, ਹਿਰਸਾਂ ਦੌਲਤਾਂ ਹੁਸਨਾਂ ਹਕੂਮਤਾਂ ਦਾ, ਉਹਦੇ ਰਾਹ ਵਿੱਚ ਚੋਗਾ ਖਿੰਡਾਇਆ ਤੂੰ। ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ, ਉਸ ਨੂੰ ਲੈਲਾ ਦਾ ਲੇਲਾ ਬਣਾਇਆ ਤੂੰ। ਕਿਸੇ ਰਾਂਝੇ ਨੂੰ ਚੜ੍ਹਿਆ ਜੇ ਚਾਅ ਤੇਰਾ, ਉਸ ਨੂੰ ਹੀਰ ਦੀ ਸੇਜੇ ਸਵਾਇਆ ਤੂੰ। ਸਾਡੇ ਹੰਝੂਆਂ ਕੀਤਾ ਨਾ ਨਰਮ ਤੈਨੂੰ, ਸਾਡੀ ਆਹ ਨੇ ਕੀਤਾ ਨਾ ਛੇਕ ਤੈਨੂੰ। ਅਸੀਂ ਸੜ ਗਏ ਵਿਛੋੜੇ ਦੀ ਅੱਗ ਅੰਦਰ, ਲਾਗੇ ਵਸਦਿਆਂ ਆਇਆ ਨਾ ਸੇਕ ਤੈਨੂੰ। ਸੰਸਾਰ ਦੇ ਮੁੱਢ ਤੋਂ ਹੁਣ ਤੀਕ ਰੱਬ ਦੀ ਭਾਲ ਜਾਰੀ ਹੈ। ਰੱਬ ਕਿਹਨੂੰ ਮਿਲਦਾ ਹੈ ਤੇ ਕੌਣ ਖਾਲੀ ਝੋਲੀ ਨਾਲ ਵਾਪਸ ਪਰਤ ਜਾਂਦਾ ਹੈ। ਇਸ ਬੰਦ ਵਿੱਚ ਸਭ ਜਵਾਬ ਮਿਲ ਜਾਂਦੇ ਨੇ। ਮੋਹਨ ਸਿੰਘ ਆਖਦੇ ਨੇ, ਰੱਬ ਅਜਿਹਾ ਮਾਸ਼ੂਕ ਹੈ ਜਿਹੜਾ ਹਰ ਆਸ਼ਿਕ ਨੂੰ ਆਪਣੀ ਮਾਂਗ ਦੀ ਰਾਹ ਉੱਤੇ ਟੁਰਨ ਨਹੀਂ ਦਿੰਦਾ। ਰੱਬ ਨਾਲ ਇਸ਼ਕ ਸੌਖਾ ਕੰਮ ਨਹੀਂ। ਉਹ ਆਪਣੇ ਸਵਾਲੀ ਨੂੰ ਆਪਣੇ ਹਿਸਾਬ ਨਾਲ ਪਰਖਦਾ ਤੇ ਅਜ਼ਮਾਇਸ਼ਾਂ ਵਿੱਚ ਪਾਉਂਦਾ ਏ। ਜਿਹਦਾ ਇਸ਼ਕ ਸੱਚਾ ਹੁੰਦਾ ਏ, ਉਹੀ ਇਸ਼ਕ ਦੀ ਪੌੜੀ ਉਤਾਂ ਚੜ੍ਹ ਸਕਦਾ ਏ, ਜਦ ਕਿ ਪਾਪੀ ਮਨ ਤੇ ਖੋਟੇ ਦਿਲ ਵਾਲਿਆਂ ਨੂੰ ਵਾਪਸ ਪਰਤਾ ਦਿੱਤਾ ਜਾਂਦਾ ਏ। ਮੋਹਨ ਸਿੰਘ ਇੱਥੇ ਹਿਰਸ, ਦੌਲਤ, ਹੁਸਨ ਤੇ ਹਕੂਮਤ ਵਰਗੇ ਸ਼ਬਦ ਵਰਤ ਕੇ ਉਸ ਇਨਸਾਨੀ ਅਜ਼ਲੀ ਕਮਜ਼ੋਰੀਆਂ ਬਾਰੇ ਦੱਸ ਪਾਈ ਏ, ਜਿਹੜੀਆਂ ਇਨਸਾਨ ਨੂੰ ਹੱਕ ਸੱਚ ਦੀ ਰਾਹ 'ਤੇ ਟੁਰਨ ਨਹੀਂ ਦਿੰਦੀਆਂ। ਤਾਰੀਖ ਵੱਲ ਝਾਤ ਪਾਈਏ ਤਾਂ ਇਹ ਗੱਲ ਨਿੱਤਰ ਕੇ ਸਾਹਮਣੇ ਨਹੀਂ ਆਉਂਦੀ ਕਿ ਸੰਸਾਰ ਵਿੱਚ ਵੱਡੀਆਂ ਵੱਡੀਆਂ ਜੰਗਾਂ ਤੇ ਖੂਨ ਖਰਾਬੇ ਪਿੱਛੇ ਇਹੋ ਚਾਰ ਮਕਸਦ ਸਨ। ਇਹਨਾਂ ਜਜ਼ਬਿਆਂ ਤੇ ਸ਼ਬਦਾਂ ਦੇ ਪੁਜਾਰੀ ਕਦੀ ਵੀ ਸੱਚੇ ਆਸ਼ਿਕ ਨਹੀਂ ਬਣ ਸਕਦੇ। ਮੋਹਨ ਸਿੰਘ ਮਿਸਾਲਾਂ ਰਾਹੀਂ ਆਪਣਾ ਪੱਖ ਸਮਝਾਉਂਦੇ ਨੇ। ਜਿਵੇਂ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਜਾਲ ਵਿੱਚ ਫਸਾਵਣ ਲਈ ਦਾਣੇ ਦਾ ਚੋਗ ਚੁਗਾਉਂਦਾ ਏ, ਇਸੇ ਤਰ੍ਹਾਂ ਰੱਬ ਵੀ ਖੋਟੇ ਖਰੇ ਦਾ ਨਤਾਰਾ ਕਰਨ ਲਈ ਕੂੜ ਦੇ ਮਾਰੇ ਬੰਦਿਆਂ ਸਾਹਮਣੇ ਹੁਸਨਾਂ, ਦੌਲਤਾਂ, ਹਿਰਸਾਂ ਤੇ ਹਕੂਮਤਾਂ ਦਾ ਦਾਣਾ ਖਿਲਾਰਦਾ ਏ ਤੇ ਉਹਨਾਂ ਨੂੰ ਇਸ ਚੋਗ ਚੁਗਣ ਦੇ ਆਰੇ ਲਾ ਕੇ ਆਪਣੇ ਇਸ਼ਕ ਦੀ ਰਾਹ ਤੋਂ ਦੂਰ ਕਰ ਦਿੰਦਾ ਏ। ਮੋਹਨ ਸਿੰਘ ਇੱਥੇ ਦੋ ਲੋਕ ਦਾਸਤਾਨਾਂ ਰਾਹੀਂ ਆਪਣਾ ਪੱਖ ਸਮਝਾਇਆ ਏ। ਪਹਿਲਾ ਕਿੱਸਾ ਲੈਲਾ ਮਜਨੂ ਦਾ। ਇਹ 7ਵੀਂ ਸਦੀ ਦੀ
ਇੱਕ ਮਸ਼ਹੂਰ ਲੋਕ ਦਾਸਤਾਨ ਹੈ। ਇਸ਼ਕ ਦੇ ਪੰਧ ਵਿੱਚ ਇਹ ਦਾਸਤਾਨ ਉੱਚਾ ਮੁਕਾਮ ਰੱਖਦੀ ਹੈ ਤੇ ਸੱਚੀ ਦਾਸਤਾਨ ਮੰਨੀ ਜਾਂਦੀ ਹੈ। ਲੈਲਾ ਇੱਕ ਉੱਚੇ ਖਾਨਦਾਨ ਦੀ ਧੀ ਸੀ ਤੇ ਕੈਸ ਇਬਨ ਮਲੂ ਵੀ ਇੱਕ ਮਾਲਦਾਰ ਕਬੀਲੇ ਨਾਲ ਤਾਲੁਕ ਰੱਖਦਾ ਸੀ। ਦੋਵੇਂ ਇੱਕ ਮਦਰਸੇ ਵਿੱਚ ਪੜ੍ਹਦੇ ਸਨ। ਇਸ਼ਕ ਦੀ ਲਾਜ਼ਵਾਲ ਦਾਸਤਾਨ ਦਾ ਮੁੱਢ ਇੱਥੋਂ ਹੀ ਬੱਝਾ। ਜ਼ਾਲਿਮ ਸਮਾਜ ਨੇ ਇਹਨਾਂ ਦੋਵਾਂ ਨੂੰ ਵੀ ਇੱਕ ਨਾ ਹੋਵਣ ਦਿੱਤਾ। ਲੈਲਾ ਤੇ ਕੈਸ ਦੇ ਪਿਆਰ ਦੀਆਂ ਗੱਲਾਂ ਲੋਕਾਂ ਦੀ ਕੱਪੜਨ ਪਾਰੋਂ ਲੈਲਾ ਦੇ ਪਿਓ ਨੇ ਬਦਨਾਮੀ ਦੇ ਡਰ ਤੋਂ ਲੈਲਾ ਨੂੰ ਮਦਰਸਿਓਂ ਉਠਾ ਲਿਆ। ਆਖਿਆ ਜਾਂਦਾ ਏ ਲੈਲਾ ਦੇ ਵਿਛੋੜੇ ਨੇ ਮਜਨੂੰ ਨੂੰ ਸੁਦਾਈ ਕਰ ਦਿੱਤਾ। ਉਹ ਲੈਲਾ ਦੀ ਤਲਾਸ਼ ਵਿੱਚ ਨਿਕਲਿਆ ਪਰ ਲੈਲਾ ਨਾ ਮਿਲੀ ਤੇ ਲੋਕ ਉਹਨੂੰ ਕੈਸ ਦੀ ਬਜਾਏ ਮਜਨੂੰ ਆਖਣ ਲੱਗ ਗਏ। ਅਖੀਰ ਇਹ ਇਸ਼ਕ ਵੀ ਥਲਾਂ ਵਿੱਚ ਮਰ ਕੇ ਅਮਰ ਹੋ ਗਿਆ। ਦੂਜੀ ਦਾਸਤਾਨ ਤਖ਼ਤ ਹਜ਼ਾਰੇ ਦੇ ਰਾਂਝੇ ਤੇ ਚੰਗ ਸਿਆਲਾਂ ਦੀ ਹੀਰ ਦੀ ਹੈ। ਪੰਜਾਬੀ ਅਦਬ ਵਿੱਚ ਇਹ ਦਾਸਤਾਨ ਇੱਕ ਨਵੇਕਲਾ ਮੁਕਾਮ ਰੱਖਦੀ ਏ। ਤੀਦੋ ਰਾਂਝਾ ਹੀਰ ਦੇ ਹੁਸਨ ਦਾ ਅਸੀਰ ਹੋ ਜਾਂਦਾ ਏ ਤੇ ਘਰ-ਬਾਰ, ਦੌਲਤ, ਜਾਇਦਾਦ ਸਭ ਛੱਡ ਕੇ ਹੀਰ ਦੇ ਘਰ ਚਾਕ ਬਣ ਜਾਂਦਾ ਏ। ਹੀਰ ਦੇ ਇਸ਼ਕ ਵਿੱਚ ਉਹਨੇ 12 ਸਾਲ ਮੱਝਾਂ ਚਰਾਈਆਂ, ਕੰਨ ਪੜਵਾਏ, ਜੋਗ ਲਿਆ। ਇਸ਼ਕ ਦੀ ਇਸ ਦਾਸਤਾਨ ਵਿੱਚ ਵੀ ਮਿਲਾਪ ਮੌਤ ਦੀ ਸੂਰਤ ਵਿੱਚ ਹੋਇਆ। ਸੱਸੀ ਪੁੰਨੂੰ, ਲੈਲਾ ਮਜਨੂੰ ਤੇ ਹੀਰ ਰਾਂਝਾ ਦੀਆਂ ਦਾਸਤਾਨਾਂ ਨੂੰ ਨਜ਼ਮ ਨਾਲ ਜੋੜ ਕੇ ਪੜ੍ਹੀਏ ਤਾਂ ਪਤਾ ਚੱਲਦਾ ਏ ਸ਼ਾਇਰ ਸਾਨੂੰ ਇਸ਼ਕ ਦਾ ਪਾਠ ਪੜ੍ਹਾਇਆ ਏ। ਇਹ 3 ਦਾਸਤਾਨਾਂ ਇਸ਼ਕ ਦੇ ਰੰਗ ਨੇ ਜਿਹਦੇ ਵਿੱਚ ਦੁਨਿਆਵੀ ਪਿਆਰ ਦੇ ਅਧੂਰੇ ਕਿੱਸੇ ਨੇ ਜੋ ਮਰ ਕੇ ਵੀ ਜਿਉਂਦੇ ਪਏ ਨੇ। ਇਸ਼ਕ ਦਾ ਰੰਗ ਅਸਲ ਏ। ਇਸ਼ਕ ਦੀ ਹਕੀਕਤ ਰੱਬ ਏ। ਰੱਬ ਤੋਂ ਵੱਡਾ ਸੱਚ ਤੇ ਪ੍ਰੇਮ ਕੋਈ ਨਹੀਂ। ਜੋ ਆਪਣੇ ਆਪ ਨੂੰ ਰੱਬ ਦੀ ਜ਼ਾਤ ਵਿੱਚ ਫਨਾ ਕਰ ਦਿੰਦਾ ਏ ਉਹ ਮਨਸੂਰ ਹਲਾਜ ਵਾਂਗ ਅਨਲ ਹੱਕ ਦਾ ਨਾਰਾ ਲਾਂਦਾ ਏ। ਮਨਸੂਰ ਹਲਾਜ ਅੱਲਾ ਦੇ ਨੇਕ ਬੰਦੇ ਸਨ। ਇਹ ਫਨਾ ਫਿੱਲਾ ਦੀ ਮੰਜ਼ਿਲ ਤੱਕ ਅੱਪੜੇ। ਵਕਤ ਦੇ ਹਾਕਮ ਨੇ ਇਹਨਾਂ ਦੀ ਗਰਦਨ ਲਵਾ ਦਿੱਤੀ ਪਰ ਤਲਵਾਰ 'ਤੇ ਟੰਗੀ ਗਰਦਨ ਵਿੱਚੋਂ ਵੀ ਅਨਲ ਹੱਕ ਯਾਨੀ ਮੈਂ ਰੱਬ ਹਾਂ ਦੀ ਆਵਾਜ਼ ਆਉਂਦੀ ਸੀ। ਅਗਲੇ ਮਿਸਰਿਆਂ ਵਿੱਚ ਫਿਰ ਸ਼ਿਕਵੇ ਦਾ ਰੰਗ ਏ ਜਿਨ੍ਹਾਂ ਵਿੱਚ ਮੋਹਨ ਸਿੰਘ ਰੱਬ ਨੂੰ ਦਿਲ ਦੇ ਦੁੱਖ ਸੁਣਾਉਂਦੇ ਨੇ, ਜਿਵੇਂ ਅਸੀਂ ਸੜ ਗਏ ਵਿਛੋੜੇ ਦੀ ਅੱਗ ਅੰਦਰ, ਲਾਗੇ ਵਸਦਿਆਂ ਆਇਆ ਨਾ ਸੇਕ ਤੈਨੂੰ। ਰੱਬ ਪਾਲਣਹਾਰ ਏ, ਉਹਦੇ ਤੋਂ ਬਹੁਤਾ ਆਪਣੇ ਬੰਦੇ ਦੇ ਨੇੜੇ ਕੌਣ ਹੋ ਸਕਦਾ ਏ। ਮੋਹਨ ਸਿੰਘ ਵੀ ਇਹੋ ਗਿਲਾ ਕਰਦੇ ਨੇ। ਭਈ ਅਜ਼ਲਾਂ ਤੋਂ ਇਨਸਾਨ ਆਪਣੇ ਬਣਾਉਣ ਵਾਲੇ ਦੀ ਦੀਦ ਲਈ ਤੜਪ ਰਿਹਾ ਏ ਪਰ ਉਹ ਰੱਬ ਜਿਹੜਾ ਇਨਸਾਨ ਦੀ ਰਗ ਰਗ ਵਿੱਚ ਵਸਦਾ ਏ ਉਹ ਆਪਣੇ ਬੰਦੇ ਦੀ ਤੜਪ ਤੋਂ ਉੱਕਾ ਬੇਨਿਆਜ਼ ਏ। ਅਸੀਂ ਜਾਣਦੇ ਹਾਂ ਬੇਨਿਆਜ਼ ਤੇ ਲਾਪਰਵਾਹ ਹੋਣਾ ਵੀ ਰੱਬ ਦੀ ਇੱਕ ਵਡਿਆਈ ਏ ਜਿਹਨੂੰ ਮਹਿਬੂਬ ਦੀ ਅਦਾ ਵੀ ਆਖਿਆ ਜਾ ਸਕਦਾ ਏ। ਕਿਸੇ ਛੰਨਾ ਬਣਾਇਆ ਜੇ ਖੋਪਰੀ ਦਾ, ਤੂੰ ਬੁੱਲੀਆਂ ਨਾਲ ਛੁਹਾਇਆ ਨਾ। ਕਿਸੇ ਦਿਲ ਦਾ ਰਾਂਗਲਾ ਪਲੰਗ ਡਾਇਆ, ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ। ਕਿਸੇ ਜੁੱਤੀਆਂ ਸੀਤੀਆਂ ਚੰਮਦੀਆਂ, ਤੇਰੀ ਬੇਪਰਵਾਹੀ ਨੇ ਪਾਈਆਂ ਨਾ। ਰਗੜ ਰਗੜ ਕੇ ਮੱਥੇ ਚਟਾਕ ਪੈ ਗਏ, ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ। ਮਾਰ ਸਟਿਆ ਤੇਰਿਆਂ ਰੋਸਿਆਂ ਨੇ, ਫੂਕ ਸਟਿਆ ਬੇਪਰਵਾਹੀ ਤੇਰੀ। ਲੈ ਕੇ ਜਾਨ ਅਜੇ ਨਾ ਤੂੰ ਘੁੰਡ ਚਾਇਆ, ਹਬਰੇ ਹੋਰ ਕੀ ਇਹ ਮੂੰਹ ਵਿਖਾਈ ਤੇਰੀ। ਇਸ਼ਕ ਦਾ ਪੈਂਡਾ
ਆਪਣੀ ਜ਼ਾਤ ਨੂੰ ਫਨਾ ਕਰਨ ਤੋਂ ਸ਼ੁਰੂ ਹੁੰਦਾ ਹੈ। ਆਸ਼ਿਕ ਆਪਣੇ ਨਫਸ ਨੂੰ ਮਾਰ ਮੁਕਾਉਂਦਾ ਹੈ ਤੇ ਅੰਦਰੋਂ ਬਾਹਰੋਂ ਪਾਕ ਹੋ ਕੇ ਮਾਸ਼ੂਕ ਨੂੰ ਮਨਾਉਂਦਾ ਤੇ ਰਿਝਾਉਂਦਾ ਹੈ। ਸਾਰੀ ਨਜ਼ਮ ਇਸ਼ਕ ਦੇ ਰੰਗ ਰੰਗੀ ਹੋਈ ਹੈ। ਖੋਪੜੀ ਦਾ ਛੰਨਾ ਯਾਨੀ ਪਿਆਲਾ ਬਣਾ ਕੇ ਮਹਿਬੂਬ ਨੂੰ ਪੇਸ਼ ਕਰਨਾ ਹੋਵੇ ਜਾਂ ਦਿਲ ਦਾ ਰੰਗੀਨ ਪਲੰਗ ਢਾਹ ਕੇ ਨਾਜ਼ਾਂ ਨਖਰਿਆਂ ਵਾਲੇ ਮਹਿਬੂਬ ਨੂੰ ਦਿਲ ਦੇ ਤਖਤ ਦਾ ਹੁਕਮਰਾਨ ਬਣਾਉਣਾ ਹੋਵੇ, ਮੋਹਨ ਸਿੰਘ ਹੋਰਾਂ ਕੋਲ ਜਜ਼ਬਿਆਂ ਦਾ ਘਾਟਾ ਨਹੀਂ। ਇਸ ਬੰਦ ਵਿੱਚ ਵੀ ਅਸਲੀ ਮਹਿਬੂਬ ਦੀ ਸਿੱਖ ਸਦਰ 'ਤੇ ਹੈ, ਨਾਲ ਬੇਪਰਵਾਹੀ ਦੇ ਗਿਲੇ ਨੇ। ਬਾਬਾ ਨਾਨਕ ਦਾ ਸ਼ਬਦ ਏ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਚਮੜਾ ਜਾਂ ਪਿੰਡੇ ਦਾ ਮਾਸ ਹੈ। ਚਮ ਦੀਆਂ ਜੁੱਤੀਆਂ ਬਣਾਉਣਾ ਤੇ ਮਾਹੀ ਦਾ ਬੇਪਰਵਾਹ ਹੋਣਾ ਦੋ ਉਲਟ ਨੇ। ਇੱਕ ਪਾਸੇ ਇਸ਼ਕ ਦੀ ਇੰਤਹਾ ਏ ਤੇ ਆਸ਼ਿਕ ਆਪਣੇ ਜਿਸਮ ਦੀ ਖਲ ਨਾਲ ਮਹਿਬੂਬ ਦੇ ਕਦਮਾਂ ਲਈ ਜੁੱਤੀਆਂ ਬਣਾਉਂਦਾ ਏ, ਤੇ ਦੂਜੇ ਪਾਸੇ ਸਜਨ ਬੇਪਰਵਾਹ ਨੂੰ ਆਸ਼ਿਕ ਦੀ ਇਹ ਕੁਰਬਾਨੀ ਮੋਮ ਨਹੀਂ ਕਰਦੀ। ਕਿਉਂ ਜੇ ਸਜਨ ਉਹ ਮਹਿਬੂਬ ਏ ਜਿਨਨੇ ਇਸ ਸੰਸਾਰ ਦੇ ਮੁੱਢ ਤੋਂ ਅੱਜ ਤੀਕ ਕੁੰਡ ਨਹੀਂ ਚੁੱਕਿਆ। ਉਹ ਕਿਸੇ ਇੱਕ ਰੂਪ ਦਾ ਮੁਤਾਜ ਨਹੀਂ, ਸਗੋਂ ਇਸ ਕਾਇਨਾਤ ਦੇ ਹਰ ਰੂਪ ਵਿੱਚ ਉਹਦਾ ਇੱਕ ਸਰੂਪ ਲੁਕਿਆ ਹੋਇਆ ਹੈ। ਕੋਈ ਵੀ ਲੇਖਕ ਆਪਣੇ ਅੰਦਰਲੇ ਜਜ਼ਬਿਆਂ ਤੋਂ ਵੱਖ ਹੋ ਕੇ ਕੁਝ ਨਹੀਂ ਲਿਖ ਸਕਦਾ। ਇਹ ਨਜ਼ਮ ਵੀ ਆਪਣੇ ਸਰਨਾਵੇਂ ਵਾਂਗ ਅਣਡਿੱਠੀ ਜ਼ਾਤ ਦੇ ਆਲ ਦੁਆਲੇ ਘੁੰਮਦੀ ਏ ਤੇ ਰੱਬੀ ਇਸ਼ਕ ਦਾ ਅਜਿਹਾ ਸਾਗਰ ਜਾਪਦੀ ਏ ਜਿਹਦਾ ਕੋਈ ਅੰਤ ਨਹੀਂ। ਹਬਰੇ ਹੋਰ ਕੀ ਇਹ ਮੂੰਹ ਵਿਖਾਈ ਤੇਰੀ, ਪੰਜਾਬ ਦੀ ਇੱਕ ਪੁਰਾਣੀ ਰਸਮ ਨੂੰ ਵੀ ਚੇਤੇ ਕਰਵਾਇਆ ਏ ਮੋਹਨ ਸਿੰਘ ਨੇ ਇੱਥੇ। ਮੂੰਹ ਵਿਖਾਈ ਸਦੀਆਂ ਪੁਰਾਣੀ ਇੱਕ ਰੀਤ ਏ ਜਿਹਦੇ ਵਿੱਚ ਨਵੀਂ ਨਵੇਲੀ ਵਹੁਟੀ ਨੂੰ ਘੁੰਡ ਚੁੱਕਣ ਦੇ ਬਦਲੇ ਕੀਮਤੀ ਤੋਹਫੇ ਦਿੱਤੇ ਜਾਂਦੇ ਨੇ। ਇਸ ਰਸਮ ਨੂੰ ਨਿਭਾਉਣ ਤੋਂ ਬਾਅਦ ਦੋ ਜੀਆਂ ਦੀ ਨਵੀਂ ਹਯਾਤੀ ਸ਼ੁਰੂ ਹੁੰਦੀ ਏ। ਮੋਹਨ ਸਿੰਘ ਰੱਬ ਦੀ ਇੱਕ ਝਲਕ ਲਈ ਜਾਨ ਵਾਰਨ ਨੂੰ ਵੀ ਘੱਟ ਸਮਝਦੇ ਹਨ। ਜਦੋਂ ਆਪਣੀ ਜਾਨ ਦਾ ਵੀ ਮੁੱਲ ਨਾ ਰਵੇ, ਉਦੋਂ ਆਸ਼ਕ ਇਸ਼ਕ ਦੀ ਸਭ ਤੋਂ ਉੱਚੀ ਪੌੜੀ ਬੈਠਾ ਨਜ਼ਰ ਆਉਂਦਾ ਏ। ਮੋਹਨ ਸਿੰਘ ਵੀ ਇੱਥੇ ਸੱਚੇ ਆਸ਼ਕਾਂ ਦੀ ਵਡਿਆਈ ਦੇ ਮਜ਼ੇ ਮਾਣਦੇ ਨੇ। ਨਜ਼ਮ ਮੁੱਢ ਤੋਂ ਅਖੀਰ ਤੱਕ ਨਿਰੇ ਅੱਖਰਾਂ ਤੇ ਮਿਸਰਿਆਂ ਦਾ ਜੋੜ ਤੋੜ ਨਹੀਂ, ਸਗੋਂ ਇੱਕ ਸਾਲਕ ਲਈ ਸਲੂਕ ਦੀਆਂ ਮੰਜ਼ਲਾਂ ਨੇ, ਇੱਕ ਸਵਾਲੀ ਲਈ ਜਵਾਬ ਨੇ ਤੇ ਇੱਕ ਫਕੀਰ ਲਈ ਫਕਰ ਦੀ ਰਾਹ ਏ। ਅਖੀਰਲੇ ਸ਼ੇਰਾਂ ਵਿੱਚ ਬੁੱਲੇ ਸ਼ਾਹ ਦੇ ਵਿਚਾਰਾਂ ਦੀ ਦੱਸ ਪੈਂਦੀ ਏ। ਹੁਣ ਕਿਸਥੀ ਆਪ ਛੁਪਾਈ ਦਾ, ਕਿਤੇ ਮੁੱਲਾਂ ਬਾਂਗ ਬੁਲੇਂਦੇ ਹੋ, ਕਿਤੇ ਸੁੰਨਤ ਫਰਜ਼ ਦਸੇਂਦੇ ਹੋ, ਕਿਤੇ ਰਾਮ ਦੁਹਾਈ ਦੇਂਦੇ ਹੋ, ਕਿੱਥੇ ਮੱਥੇ ਤਿਲਕ ਲਗਾਈ ਦਾ, ਹੁਣ ਕਿਸਥੀ ਆਪ ਛੁਪਾਈ ਦਾ। ਧਰਮਾਂ ਦੀ ਵੰਡ ਨੇ ਇਨਸਾਨਾਂ ਨੂੰ ਵੱਖੋ ਵੱਖ ਭੁਲੇਖਿਆਂ ਵਿੱਚ ਪਾ ਦਿੱਤਾ ਏ। ਜੇ ਇਹ ਵੰਡ ਮੁਕਾ ਕੇ ਇਨਸਾਨ ਇਸ਼ਕ ਦਾ ਪਾਂਧੀ ਬਣ ਜਾਵੇ ਤੇ ਇਹ ਸੰਸਾਰ ਇੱਕੋ ਜ਼ਾਤ ਦੇ ਰੰਗ ਰੰਗਿਆ ਜਾਵੇ। ਮੋਹਨ ਸਿੰਘ ਵੀ ਬੁੱਲੇ ਸ਼ਾਹ ਦੇ ਵਿਚਾਰ ਅਗਾਂਹ ਵਧਾਏ ਨੇ। ਜੇ ਤੂੰ ਮੂੰਹ ਤੋਂ ਜ਼ੁਲਫਾਂ ਹਟਾ ਦੇਵੇਂ, ਜੇ ਤੂੰ ਮੂੰਹ ਤੋਂ ਜ਼ੁਲਫਾਂ ਹਟਾ ਦੇਵੇਂ, ਬਿਟ ਬਿਟ ਤੱਕਦਾ ਕੁੱਲ ਸੰਸਾਰ ਰਹਿ ਜਾਏ। ਰਹਿ ਜਾਏ ਭਾਈ ਦੇ ਹੱਥ ਵਿੱਚ ਸੰਖ ਫੜਿਆ, ਬਾਂਗ ਮੁੱਲਾਂ ਦੇ ਸੰਗ ਵਿਚਕਾਰ ਰਹਿ ਜਾਏ। ਪੰਡਤ ਹੋਰਾਂ ਦਾ ਰਹਿ ਜਾਏ ਸੰਦੂਰ ਖੁੱਲਿਆ, ਜਾਮ ਸੂਫੀ ਦਾ ਹੋਇਆ ਤਿਆਰ ਰਹਿ ਜਾਏ। ਕਲਮ ਢਹਿ ਪਏ ਹੱਥੋਂ ਫਿਲਾਸਫਰ ਦੇ, ਮੁਨਕਰ ਤੱਕਦਾ ਤੇਰੀ ਨਿਹਾਰ ਰਹਿ ਜਾਏ।
ਇੱਕ ਘੜੀ ਜੇ ਖੁੱਲ੍ਹਾ ਦੀਦਾਰ ਦੇ ਦੇਂ, ਸਾਡਾ ਨਿੱਤ ਦਾ ਝਗੜਾ ਮੁੱਕ ਜਾਵੇ। ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਵੇ, ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ। ਪੂਰੀ ਨਜ਼ਮ ਵਿੱਚ ਜ਼ੁਲਫਾਂ ਦੀਆਂ ਗੁੰਝਲਾਂ, ਮੂੰਹ ਤੋਂ ਜ਼ੁਲਫਾਂ ਹਟਾਣਾ ਤੇ ਜ਼ੁਲਫ ਦਾ ਸਾਂਝਾ ਪਿਆਰ ਵਰਗੇ ਸ਼ਬਦਾਂ ਦੀ ਤਕਰਾਰ ਮਿਲਦੀ ਹੈ। ਨਜ਼ਮ ਪਹੁ ਥਾਵਾਂ 'ਤੇ ਲੋਕ ਗੀਤ ਦੀ ਭਾ ਮਾਰਦੀ ਹੈ। ਮਾਹੀ ਦੀਆਂ ਜ਼ੁਲਫਾਂ ਦੇ ਕੁੰਡਲ ਦਾ ਜ਼ਿਕਰ ਲੋਕ ਗੀਤਾਂ ਵਿੱਚ ਕਾਫੀ ਮਿਲਦਾ ਹੈ। ਹੁਣ ਸੋਚਣ ਵਾਲੀ ਗੱਲ ਹੈ, ਮੂੰਹ ਤੋਂ ਜ਼ੁਲਫਾਂ ਹਟਾਉਣ ਦਾ ਕੀ ਮਤਲਬ ਹੈ? ਅਸਲ ਵਿੱਚ ਇਹ ਰੱਬ ਦੇ ਦੀਦਾਰ ਦੀ ਤਲਬ ਹੈ, ਜਿਹੜੀ ਅਜ਼ਲਾਂ ਤੋਂ ਆਸ਼ਕ ਆਪਣੇ ਢੰਗ ਨਾਲ ਕਰਦੇ ਆਏ ਨੇ। ਰੱਬ ਨੂੰ ਵੇਖਣ ਦੀ ਚਾਹ ਹਜ਼ਰਤ ਮੂਸਾ ਅਲੈਹਿਸਲਾਮ ਨੂੰ ਕੋਹੇ ਤੂਰ 'ਤੇ ਲੈ ਗਈ, ਪਰ ਰੱਬ ਦੇ ਨੂਰ ਦੀ ਤਜੱਲੀ ਸਹਾਰ ਨਾ ਸਕੇ ਤੇ ਬੇਹੋਸ਼ ਹੋ ਗਏ। ਤੂਰ ਦਾ ਪਹਾੜ ਸੜ ਕੇ ਸਵਾਹ ਹੋ ਗਿਆ। ਹਜ਼ਰਤ ਮੂਸਾ ਅਲੈਹਿਸਲਾਮ ਰੱਬ ਦੇ ਪੈਗੰਬਰ ਸਨ। ਉਹਨਾਂ ਵੀ ਰੱਬ ਦੀ ਇੱਕ ਝਲਕ ਲਈ ਜ਼ਿੱਦ ਕੀਤੀ, ਪਰ ਨੂਰ ਦੀ ਤਜੱਲੀ ਬਰਦਾਸ਼ਤ ਨਾ ਕਰ ਸਕੇ। ਮੋਹਨ ਸਿੰਘ ਵੀ ਰੱਬੀ ਪ੍ਰੀਤ ਤੇ ਇਸ਼ਕ ਦੀ ਪੰਡ ਸਿਰ 'ਤੇ ਚੁੱਕੇ ਅਖੀਰ ਉਸ ਪਾਕ ਜ਼ਾਤ ਅੱਗੇ ਹਾਰ ਮੰਨ ਲੈਂਦੇ ਨੇ। ਰੱਬ ਦੀ ਇੱਕ ਝਲਕ ਦੇ ਤਲਬਗਾਰ ਬਣ ਜਾਂਦੇ ਨੇ। ਆਖਦੇ ਨੇ, ਰੱਬਾ ਤੇਰੇ ਨੂਰ ਦੇ ਲਿਸ਼ਕਾਰਿਆਂ ਨਾਲ ਸਭ ਹਨੇਰੇ ਮੁੱਕ ਜਾਵਣਗੇ, ਹਰ ਪਾਸੇ ਚਾਨਣ ਹੀ ਚਾਨਣ ਹੋਵੇਗਾ। ਇਹ ਚਾਨਣ ਕੁੱਲ ਲੋਕਾਈ ਨੂੰ ਇੱਕ ਮਿਕ ਕਰ ਦੇਗਾ। ਬਿਟ ਬਿਟ ਤੱਕਦਾ ਕੁੱਲ ਸੰਸਾਰ ਰਹਿ ਜਾਏ। ਬਿਟ ਬਿਟ ਤੱਕਣਾ ਰੱਬ ਦੇ ਹੁਸਨ ਨੂੰ ਬਿਆਨਣ ਲਈ ਵਰਤਿਆ ਗਿਆ ਹੈ, ਯਾਨੀ ਰੱਬ ਦੀ ਜ਼ਾਤ ਇੰਨੀ ਸੋਹਣੀ ਹੋਵੇਗੀ, ਕੁੱਲ ਸੰਸਾਰ ਪਲਕਾਂ ਝਪਕਣਾ ਭੁੱਲ ਜਾਵੇਗਾ। ਰੱਬ ਦੇ ਨੂਰ ਦੇ ਲਿਸ਼ਕਾਰਿਆਂ ਨਾਲ ਸਭ 'ਤੇ ਸਹਿਰ ਤਾਰੀ ਹੋ ਜਾਵੇਗਾ। ਮੌਲਵੀ ਅਜ਼ਾਨ ਦੇਣਾ ਭੁੱਲ ਜਾਵੇਗਾ ਤੇ ਮੰਦਰਾਂ ਵਿੱਚ ਸੰਖ ਦੀ ਆਵਾਜ਼ ਅੱਧ ਵਿਚਕਾਰ ਹੀ ਰਹਿ ਜਾਵੇਗੀ। ਸੂਫੀ ਜਿਹੜਾ ਆਪਣੇ ਦਿਲ ਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਪਾਕ ਕਰਕੇ ਰੱਬ ਦੀ ਰਾਹ 'ਤੇ ਟੁਰਦਾ ਏ, ਤੇ ਫਿਲਾਸਫਰ ਜਿਹੜਾ ਰੱਬ ਦੇ ਵਜੂਦ ਬਾਰੇ ਵੱਖੋ ਵੱਖ ਫਲਸਫੇ ਬਿਆਨ ਕਰਦਾ ਏ। ਰੱਬ ਦੀ ਇੱਕ ਝਲਕ ਵੇਖ ਮਜਨੂ ਵਾਂਗ دیਵਾਨੇ ਹੋ ਜਾਵਣਗੇ। ਆਸ਼ਕਾਂ ਦੀ ਤਲਬ ਦੀਦ ਦੇ ਜਾਮ ਪੀ ਕੇ ਹੋਰ ਵੱਧ ਜਾਵੇਗੀ। ਮੁਨਕਰ ਜਿਹੜਾ ਰੱਬ ਦੇ ਵਜੂਦ ਤੋਂ ਉੱਕਾ ਇਨਕਾਰੀ ਏ, ਉਹਦੀ ਜ਼ਾਤ ਦੀ ਨਿਹਾਰ ਨੂੰ ਤੱਕਦਾ ਰਹਿ ਜਾਏਗਾ। ਨਿਹਾਰ ਇੱਥੇ ਰੰਗ ਰੂਪ ਤੇ ਸੁਹੱਪਣ ਲਈ ਵਰਤਿਆ ਗਿਆ ਹੈ। ਮੋਹਨ ਸਿੰਘ ਅਜ਼ਲਾਂ ਤੋਂ ਮੰਦਰ ਮਸੀਤ ਦੇ ਝਗੜੇ ਦਾ ਇਹੋ ਹੱਲ ਕੱਢਦੇ ਨੇ। ਇੱਕ ਵਾਰ ਰੱਬ ਦੀ ਸੋਹਣੀ ਜ਼ਾਤ ਸਾਹਮਣੇ ਦੀਦਾਰ ਦੇ ਦੇਵੇ ਤਾਂ ਜੇ ਇਹ ਸੰਸਾਰ ਅਮਨ ਸਕੂਨ ਤੇ ਪਿਆਰ ਪ੍ਰੀਤ ਦਾ ਗੜ੍ਹ ਬਣ ਜਾਵੇ। ਮੌਲਵੀ ਦੀ ਅਜ਼ਾਨ, ਪੰਡਤ ਦੇ ਸੰਧੂਰ ਤੇ ਮੰਦਰ ਦੇ ਸੰਖ ਵਿੱਚ ਸਿਰਫ ਇੱਕੋ ਜ਼ਾਤ ਦੀ ਕੂਕ ਸੁਣਾਈ ਦੇਵੇਗੀ। ਸਭ ਇੱਕ ਰੱਬ ਤੇ ਇੱਕ ਧਰਮ ਦੇ ਪਿਛਲਗ ਹੋਵਣਗੇ। ਮੁੱਕਦੀ ਹੈ ਪਈ ਮੋਹਨ ਸਿੰਘ ਦੀ ਨਜ਼ਮ ਸੂਫੀ ਸ਼ਾਇਰਾਂ ਦੀ ਰੀਤ, ਲੋਕ ਦਾਸਤਾਨਾਂ, ਧਰਮਾਂ ਦੀਆਂ ਵੰਡਾਂ, ਸਾਲਕ ਤੇ ਸਲੂਕ ਦੀਆਂ ਮੰਜ਼ਲਾਂ, ਆਸ਼ਕਾਂ ਦੇ ਇਸ਼ਕ ਦੀ ਤਾਂਘ, ਰੱਬ ਨੂੰ ਪਾਲਣ ਦੀ ਸਿੱਖ ਤੇ ਸੱਧਰ ਤੋਂ ਅੱਡ ਜ਼ੁਬਾਨ ਦੀ ਸਾਦਗੀ ਤੇ ਰਵਾਨੀ ਦੀ ਸੋਹਣੀ ਮਿਸਾਲ ਹੈ। ਮੋਹਨ ਸਿੰਘ ਸਾਨੂੰ ਇਹ ਦੱਸਣਾ ਚਾਹੁੰਦੇ ਨੇ, ਰੱਬ ਦੀ ਰਾਹ ਇਸ਼ਕ ਦੀ ਰਾਹ ਹੈ ਤੇ ਇਸ਼ਕ ਹੱਕ ਹੈ। ਹੱਕ ਅਸਲ ਵਿੱਚ ਰੱਬ ਹੈ ਤੇ ਰੱਬ ਨੂੰ ਪਾਵਣ ਲਈ ਸਦੀਆਂ ਤੋਂ ਟੁਰੀਆਂ ਆਉਂਦੀਆਂ ਰੀਤਾਂ ਰਸਮਾਂ ਵਿੱਚ ਬੱਝ ਕੇ ਲੜਨ ਦੀ ਬਜਾਏ ਮਨੁੱਖ ਆਪਣੀ ਹੋਂਦ ਨੂੰ ਸਿਆਣੇ, ਇੰਜ ਧਰਮਾਂ ਦੀ ਵੰਡ ਤੋਂ ਮੁਕਤ ਹੋ ਕੇ ਇਨਸਾਨ ਤੇ ਇਨਸਾਨੀਅਤ ਦਾ ਪ੍ਰਚਾਰਕ ਬਣੇ। ਇਹੋ ਸਬਕ ਸਦੀਆਂ ਪਹਿਲਾਂ ਸਾਡੇ ਸੂਫੀ ਸ਼ਾਇਰਾਂ ਪੜ੍ਹਾਇਆ। ਇਹੋ ਗੱਲ ਆਪਣੇ ਸਮਾਜਿਕ ਪਿਛੋਕੜ ਮੁਜਬ
ਮੋਹਨ ਸਿੰਘ ਹੋਰਾਂ ਕੀਤੀ।